Good afternoon. Welcome to Bala's Question Point. Bala's Question Point ਦੇ ਆਨਲਾਈਨ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਜੋ ਵੀਡੀਓ ਤੁਹਾਡੇ ਸਾਹਮਣੇ ਸਕਰੀਨ ਤੇ ਦਿਖਾਈ ਦੇ ਰਹੀ ਹੋਏਗੀ ਫਿਲਹਾਲ ਇੱਕ ਟੌਪਿਕ ਦਾ ਨਾਮ ਹੈ ਉਹ ਸੈਗਮੈਂਟ ਫਰੌਂਡ ਦੀ ਸਾਈਕੋਸੈਕਸ਼ੂਅਲ ਥਿਊਰੀ ਹੈ ਜੋ ਤੁਹਾਡੇ ਆਪਣੇ ਸੀਟੈਟ ਦੇ ਪੇਪਰ ਦੇ ਵਿੱਚ ਤਾਂ ਬੈਨੀਫਿਟ ਦੇ ਹੀ ਸਕਦੀ ਹੈ। ਬਾਕੀ ਅਗਰ ਤੁਹਾਡੇ ਆਪਣੇ ਸਟੇਟ ਦੇ ਕੋਈ ਐਗਜ਼ਾਮ ਹੈ ਚਾਹੇ ਰਾਜਸਥਾਨ ਟੈਟ ਦਾ ਪੇਪਰ ਹੈ ਜਾਂ ਤੁਹਾਡੇ ਵਾਸਤੇ ਹਿਮਾਚਲ ਟੈਟ ਦਾ ਪੇਪਰ ਹੈ ਜਾਂ ਪੰਜਾਬ ਦੇ ਟੈਟ ਦਾ ਪੇਪਰ ਹੈ ਉਹਦੇ ਵਾਸਤੇ ਵੀ ਥਿਊਰੀ ਤੁਹਾਡੀ ਆਪਣੀ ਬੈਨੀਫਿਟ ਦੇ ਸਕਦੀ ਹੈ। ਜੋ ਅਗਰ ਮੈਂ ਗੱਲ ਕਰਾਂ ਇਸ ਚੀਜ਼ ਨੂੰ ਲੈ ਕੇ ਕਿਉਂਕਿ ਕੁਐਸਚਨ ਜਿਹੜੇ ਤੁਹਾਡੇ ਆਪਣੇ ਪੀਟੈਟ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਕਈ ਕੁਐਸਚਨ ਤਾਂ ਐਸੇ ਕੁਐਸਚਨ ਹੁੰਦੇ ਨੇ ਜੋ ਇੱਕ ਤਰ੍ਹਾਂ ਦੇ ਕਹਿ ਸਕਦੇ ਮੈਚ ਦੀ ਕਾਲਮ ਕੁਐਸਚਨ ਹੁੰਦੇ ਨੇ। ਕੁਝ ਕੁਐਸਚਨਸ ਦਾ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਥਿਊਰੀ ਇਸ ਬੰਦੇ ਦੁਆਰਾ ਦਿੱਤੀ ਗਈ ਸੀ, ਆ ਥਿਊਰੀ ਇਸ ਬੰਦੇ ਦੁਆਰਾ ਦਿੱਤੀ ਗਈ ਸੀ। ਲੇਕਿਨ ਅਗਰ ਫਰਦਰ ਮੈਂ ਇਸ ਟੌਪਿਕ ਨੂੰ ਗੱਲ ਕਰਾਂ ਤਾਂ ਅੱਜ ਕੰਪੀਟੀਸ਼ਨ ਬਹੁਤ ਜ਼ਿਆਦਾ ਟਾਈਟ ਹੋ ਚੁੱਕਿਆ ਹੈ। ਕਾਫੀ ਜ਼ਿਆਦਾ ਕੰਪੀਟੀਸ਼ਨ ਅਗਰ ਗੱਲ ਕੀਤੀ ਜਾਵੇ ਤਾਂ ਲੈਵਲ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਟਾਈਟ ਪੋਜੀਸ਼ਨ ਦੇ ਅਕੋਰਡਿੰਗ ਪਾਈ ਜਾਂਦੀਆਂ ਨੇ, ਆਪਸ਼ਨਾਂ ਵੀ ਦੇਖਿਆ ਜਾਣ ਤਾਂ ਅੱਜ ਉਹਦੇ ਵਾਸਤੇ ਇੱਕ ਥਿਊਰੀ ਲੈ ਕੇ ਆਏ ਤੁਹਾਡੇ ਸਾਹਮਣੇ ਜੋ ਸਾਡੇ ਵਾਸਤੇ ਸੈਗਮੈਂਟ ਫਰੌਂਡ ਦੀ ਥਿਊਰੀ ਹੈ ਜਿਨ੍ਹਾਂ ਨੇ ਗੱਲ ਕੀਤੀ ਸੀ ਸਾਈਕੋਸੈਕਸ਼ੂਅਲ ਥਿਊਰੀ ਦੇ ਉੱਤੇ। ਅਗਰ ਗੱਲ ਇਸ ਥਿਊਰੀ ਦੀ ਕਰੀਏ ਤਾਂ ਉਹਨਾਂ ਨੇ 3 ਟਰਮਸ ਦਿੱਤੀਆਂ ਸੀ। ਉਹ ਟਰਮਸ ਬਹੁਤ ਇੰਪੋਰਟੈਂਟ ਨੇ। ਲਿਬਿਡੋ ਕੀ ਹੁੰਦੀ ਹੈ, ਈਗੋ ਕੀ ਹੁੰਦੀ ਹੈ, ਸੈਲਫ ਈਗੋ ਕੀ ਹੁੰਦੀ ਹੈ ਜਾਂ ਸੁਪਰ ਈਗੋ ਕੀ ਹੁੰਦੀ ਹੈ ਜਾਂ ਇਦ ਦੀ ਇਹਨਾਂ ਨੇ ਗੱਲ ਕੀਤੀ ਸੀ। ਕੁਐਸਚਨ ਈਜ਼ੀ ਹੁੰਦੇ ਨੇ ਫਿਲਹਾਲ ਲੇਕਿਨ ਉਹਨਾਂ ਦੇ ਜਿਹੜੇ ਐਕਚੁਅਲ ਦੇ ਵਿੱਚ ਮੀਨਿੰਗਸ ਨੇ ਅਗਰ ਗੱਲ ਕਰੀਏ ਤਾਂ ਉਹ ਕਾਫੀ ਜ਼ਿਆਦਾ ਡਿਫਿਕਲਟ ਹੁੰਦੇ ਨੇ। ਤਾਂ ਅੱਜ ਬਾਲਿਸਕੇਸ਼ਨ ਦੇ ਪੁਆਇੰਟ ਤੇ ਕਰਨੀ ਤੋਂ ਇਸ ਥਿਊਰੀ ਦੇ ਵਿੱਚ ਅਗਰ ਕਿਸੇ ਬੱਚੇ ਨੇ ਪਹਿਲਾਂ ਵੀ ਇਹ ਥਿਊਰੀ ਪੜ੍ਹੀ ਹੋਈ ਗਈ ਹੈ ਅਗਰ ਨਾ ਟੌਪਿਕ ਸਮਝ ਆਇਆ ਹੋਵੇ ਜਾਂ ਥਿਊਰੀ ਪੜ੍ਹਨ ਤੋਂ ਬਾਅਦ ਟੌਪਿਕ ਐਕਚੁਅਲ ਦੇ ਵਿੱਚ ਭੁੱਲ ਚੁੱਕੇ ਹੋ ਤਾਂ ਉਹ ਤੁਹਾਡੀ ਕਨਫਿਊਜ਼ਿੰਗ ਜਿਹੜੇ ਟੌਪਿਕਸ ਨੇ ਜਾਂ ਇਹਦੇ ਵਿੱਚ ਗੱਲ ਕਰਾਂ ਟਰਮਸ ਦੀ ਔਰ ਟੌਪਿਕ ਅੱਜ ਤੁਹਾਡੇ ਮੈਂ ਇਹਦੇ ਵਿੱਚ ਕਲੀਅਰ ਕਰਾਉਂਗਾ। ਕਲਾਸੀਫਿਕੇਸ਼ਨ ਕਿਵੇਂ ਕੀਤੀ ਗਈ ਸੀ ਕਿਵੇਂ ਨਹੀਂ ਕੀਤੀ ਗਈ ਸੀ ਉਹਨਾਂ ਚੀਜ਼ ਦੇ ਰਿਲੇਟਿਡ। ਆਓ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੀਏ ਔਰ ਜਿੰਨੇ ਵੀ ਤੁਹਾਡੇ ਆਪਣੇ ਡਾਊਟਸ ਨੇ ਇਸ ਵੀਡੀਓ ਦੇ ਨੀਚੇ ਆਪਣੇ ਡਾਊਟਸ ਨੂੰ ਕਲੀਅਰ ਕਰਨੇ ਨੇ ਤਾਂ ਕਿ ਤੁਹਾਡੇ ਕੰਨੀ ਤੋਂ ਕੋਈ ਵੀ ਚੀਜ਼ ਲੈਵਲ ਆਊਟਕਮ ਜੋ ਵੀ ਹੈਗੇ ਸਾਡੇ ਜੋ ਨਿਕਲਦੇ ਵੇ ਨੇ ਉਹ ਅਧੂਰੇ ਨਾ ਰਹਿ ਜਾਣ। ਤਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਥਿਊਰੀ ਹੈਗੀ ਸਾਡੇ ਵਾਸਤੇ ਇਹ ਦਿੱਤੀ ਗਈ ਸੀ ਸੈਗਮੈਂਟ ਫਰੌਂਡ ਦੇ ਦੁਆਰਾ। ਨਾਮ ਤੁਹਾਨੂੰ ਸਭ ਨੂੰ ਯਾਦ ਹੋਏਗਾ। ਜੋ ਤੁਹਾਨੂੰ ਇਹ ਵੀ ਪਤਾ ਹੈ ਫਿਲਹਾਲ ਇਹ ਜਿਹੜੇ ਸਾਡੇ ਵਾਸਤੇ ਸੀਗੇ ਕੌਣ ਸੀਗੇ, ਆਸਟਰੀਅਨ ਨਿਊਰੋਲੋਜਿਸਟ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਸੀ, ਅਗਰ ਮੈਂ ਗੱਲ ਕਰਾਂ ਟੌਪਿਕ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਸਾਈਕੋਸੈਕਸ਼ੂਅਲ ਦੀ ਗੱਲ ਕੀਤੀ ਗਈ ਸੀ। ਮਤਲਬ ਸਾਈਕੋਸੈਕਸ਼ੂਅਲ ਡਿਵੈਲਪਮੈਂਟ ਥਿਊਰੀ ਦੀ ਜਿਹੜੇ ਫਾਊਂਡਰ ਸੀ ਜਨਕ ਸੀਗੇ ਉਹ ਕੌਣ ਸੀ ਸਾਡੇ ਵਾਸਤੇ ਸੈਗਮੈਂਟ ਫਰੌਂਡ ਸੀਗੇ। ਠੀਕ ਹੈ। ਲੇਕਿਨ ਇਸ ਤੋਂ ਹਟ ਕੇ ਅਗਰ ਗੱਲ ਕੀਤੀ ਜਾਵੇ ਇਹ ਆਪਣੇ ਫਾਊਂਡਰ ਵੀ ਸੀਗੇ। ਠੀਕ ਹੈ ਜੀ। ਕਾਹਦੇ ਫਾਊਂਡਰ ਸੀ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਾਈਕੋ ਐਨਾਲਿਟੀਕਲ ਦੇ ਫਾਊਂਡਰ ਸੀਗੇ ਤੁਹਾਡੇ ਇਹ। ਕਾਹਦੇ ਫਾਊਂਡਰ ਸੀਗੇ? ਸਾਈਕੋ ਐਨਾਲਿਟੀਕਲ ਦੇ ਫਾਊਂਡਰ ਸੀਗੇ। ਇਹਨਾਂ ਨੇ ਗੱਲ ਕੀਤੀ ਸੀ ਫਿਲਹਾਲ ਕਿ ਬੱਚੇ ਦੀ ਉਮਰ ਦੇ ਜਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਕਿ ਬੱਚੇ ਦੀ ਪਰਸਨੈਲਿਟੀ ਜਾਂ ਫਿਰ ਕਹਿ ਸਕਦੇ ਇੱਕ ਇੰਡੀਵਿਜੂਅਲ ਦੀ ਪਰਸਨੈਲਿਟੀ ਕਿਵੇਂ ਡਿਵੈਲਪ ਕੀਤੀ ਸਕਦੀ ਹੈ ਕਿਤੋਂ ਜਦੋਂ ਬੱਚਾ ਇੱਕ ਚਾਈਲਡ ਸੀਗਾ ਜਾਂ ਫਿਰ ਗੱਲ ਕੀਤੀ ਗਈ ਚਾਈਲਡ ਤੋਂ ਲੈ ਕੇ ਟਿਲ ਬੱਚਾ ਜਦੋਂ ਤੱਕ ਡੈਥ ਨਹੀਂ ਹੋ ਜਾਂਦੀ ਬੱਚੇ ਦੀ ਉਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਹਿਊਮਨ ਬੀਇੰਗਸ ਦੀ ਜਾਂ ਪਰਸਨੈਲਿਟੀ ਨੂੰ ਕੀ ਕੀਤਾ ਡਿਵੈਲਪ ਕੀਤਾ। ਉਸ ਥਿਊਰੀ ਨੂੰ ਡਿਵੈਲਪ ਕਰਨ ਤੇ ਅਗਰ ਗੱਲ ਕੀਤੀ ਜਾਵੇ ਤਾਂ ਉਸ ਥਿਊਰੀ ਦਾ ਨਾਮ ਰੱਖਿਆ ਗਿਆ ਡੈਟਸ ਕੋਲ ਸਾਈਕੋਸੈਕਸ਼ੂਅਲ ਥਿਊਰੀ। ਧਿਆਨ ਰੱਖਿਓ 2 ਚੀਜ਼ਾਂ ਤੁਸੀਂ ਨਾਮ ਯਾਦ ਰੱਖਣਾ ਹੈ। ਪਹਿਲੀ ਗੱਲ ਤਾਂ ਸਾਡੇ ਵਾਸਤੇ ਕੌਣ ਸੀਗੇ? ਆਸਟਰੀਅਨ ਨਿਊਰੋਲੋਜਿਸਟ ਸੀਗੇ ਔਰ ਇਸ ਤੋਂ ਬਾਅਦ ਇਹ ਫਾਊਂਡਰ ਸੀ। ਕਾਹਦੇ ਫਾਊਂਡਰ ਸੀ ਤੁਹਾਡੇ ਆਪਣੇ? ਸਾਈਕੋ ਐਨਾਲਿਟੀਕਲ ਤੇ। ਜਾਂ ਕਹਿ ਸਕਦੇ ਹਾਂ ਕਿ ਇਹਨਾਂ ਕੰਨੀ ਤੇ ਥਿਊਰੀ ਦਿੱਤੀ ਗਈ ਸੀ ਕਿ ਬੱਚੇ ਦੀ ਇੱਕ ਤਰ੍ਹਾਂ ਦੀ ਇੰਡੀਵਿਜੂਅਲ ਦੀ ਚਾਈਲਡ ਤੋਂ ਲੈ ਕੇ ਬੱਚੇ ਦੇ ਜਨਮ ਤੋਂ ਲੈ ਕੇ ਡੈਥ ਪੀਰੀਅਡ ਤੱਕ ਬੱਚੇ ਦੀ ਹਿਊਮਨ ਪਰਸਨੈਲਿਟੀ ਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਹੈ। ਉਸ ਥਿਊਰੀ ਦਾ ਨਾਮ ਰੱਖਿਆ ਗਿਆ ਦੈਟਸ ਕੋਲ ਸੈਗਮੈਂਟ ਸਾਈਕੋਸੈਕਸ਼ੂਅਲ ਡਿਵੈਲਪਮੈਂਟ ਥਿਊਰੀ ਰੱਖੀ ਗਈ। ਠੀਕ ਹੈ। ਬੱਚੇ ਨੇ ਅਰਲੀ ਦੇ ਵਿੱਚ ਜੋ ਚੀਜ਼ਾਂ ਆਪਣੀ ਅਰਲੀ ਮਤਲਬ ਕਿ ਉਮਰ ਦੇ ਵਿੱਚ ਜਲਦੀ ਉਮਰ ਦੇ ਵਿੱਚ ਜਾਂ ਸ਼ੁਰੂਆਤੀ ਉਮਰ ਦੇ ਵਿੱਚ ਜੋ ਚੀਜ਼ਾਂ ਅਚੀਵ ਕੀਤੀਆਂ ਨੇ ਕਿ ਵਾਕਈ ਉਹ ਚੀਜ਼ਾਂ ਬੱਚੇ ਦੇ ਅੱਗੇ ਜਦੋਂ ਬੱਚਾ ਐਡਲਟਹੁੱਡ ਹੋਊਗਾ ਜਾਂ ਅਡਲਟ ਬਣੂਗਾ ਜਾਂ ਕਹਿ ਸਕਦਾ ਪੋਵਰਟੀ ਪੀਰੀਅਡ ਤੇ ਹੋਊਗਾ ਜਾਂ ਡੈਥ ਪੀਰੀਅਡ ਤੇ ਹੋਊਗਾ ਉਹ ਚੀਜ਼ਾਂ ਬੱਚੇ ਦੇ ਆਉਣ ਵਾਲੇ ਫਿਊਚਰ 'ਚ ਇਨਫਲੂਐਂਸ ਕਰਨਗੀਆਂ ਜਾਂ ਨਹੀਂ ਕਰਨਗੀਆਂ ਉਸ ਚੀਜ਼ ਦੀ ਗੱਲ ਕੀਤੀ ਸੀ ਸੈਗਮੈਂਟ ਫਰੌਂਡ ਨੇ। ਤਾਂ ਫਸਟ ਆਫ ਆਲ ਜਦੋਂ ਵੀ ਆਪਾਂ ਕੋਈ ਥਿਊਰੀ ਪੜ੍ਹਦੇ ਹਾਂ ਤੁਹਾਨੂੰ ਸਭ ਨੂੰ ਪਤਾ ਉਹਨਾਂ ਦਾ ਹਿਸਟਰੀ ਪਾਰਟ ਆਪਾਂ ਕਵਰ ਕਰਦੇ ਹਾਂ ਫਿਲਹਾਲ। ਜਿਵੇਂ ਕਿ ਤੁਹਾਨੂੰ ਫਸਟ ਪੁਆਇੰਟ 'ਚ ਮੈਂਸ਼ਨ ਕੀਤਾ ਹੋਇਆ ਹੈ ਕਿ ਇੰਟਰੋਡਕਸ਼ਨ ਪਾਰਟ ਕੀ ਹੋਊਗਾ। ਜਿਵੇਂ ਕਿ ਫਸਟ ਲਾਈਨ 'ਚ ਇਹੀ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਸਾਈਕੋਸੈਕਸ਼ੂਅਲ ਜਿਹੜੀ ਸਟੇਜਿਸ ਸੀਗੀਆਂ ਟੋਟਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਚੀਜ਼ਾਂ 5 ਸਟੇਜਿਸ ਦੇ ਵਿੱਚ ਕੀ ਕੀਤੀ ਸੀ ਇਹ ਡਿਵਾਈਡ ਕੀਤੀ ਸੀ।
ਜਿਹਦੇ ਵਿੱਚ ਨਿਕਲ ਕੇ ਉਹਨਾਂ ਨੇ ਟੋਟਲ 3 ਟਰਮਸ ਵੀ ਦਿੱਤੀਆਂ ਸੀ। ਉਹਨਾਂ 3 ਟਰਮਸ ਦੀ ਵੀ ਗੱਲ ਕਰਾਂਗੇ ਫਿਲਹਾਲ। ਤਾਂ ਦੇਖੋ ਕਹਿੰਦਾ ਕਿ ਜਿਹੜੀ ਸਾਈਕੋਸੈਕਸ਼ੁਅਲ ਸਟੇजेस ਨੇ ਉਹ ਕਿੰਨਾ ਦੁਆਰਾ ਦਿੱਤੀ ਗਈ ਸੀ, ਸੈਗਮੈਂਟ ਫਰੌਡ ਦੁਆਰਾ ਦਿੱਤੀ ਗਈ ਸੀ। ਟੋਟਲ ਸਟੇजेस ਅਗਰ ਪੁੱਛ ਲੈਣ ਤਾਂ 5 ਸਟੇਜ ਨੇ, ਜੋ ਆਪਾਂ ਨੀਚੇ ਇਸ ਵੀਡੀਓ ਲੈਕਚਰ ਦੇ ਵਿੱਚ ਇਹਨਾਂ 5 ਸਟੇजेस ਦੀ ਗੱਲ ਵੀ ਕਰਾਂਗੇ ਔਰ ਇਹਨਾਂ 3 ਟਰਮਸ ਬਹੁਤ ਇੰਪੋਰਟੈਂਟ ਦਿੱਤੀਆਂ ਸੀਗੀਆਂ, ਉਹਨਾਂ ਟਰਮਸ ਦੀ ਗੱਲ ਵੀ ਕੀਤੀ ਜਾਊਗੀ। ਔਰ ਸੈਕਿੰਡ ਪੁਆਇੰਟ ਕਹਿੰਦਾ ਕੀ ਹੈ, ਹੀ ਬਲੀਵ ਦੈਟ अर्ली एक्सपीरियंस प्ले आ लार्ज रोल इन द पर्सनैलिटी। अर्ली एक्सपीरियंस का मतलब होंदा है कि देखा जाए तो जो बच्चा अपने शुरुआती जीवन के विच सीगा, ठीक है, जो भी उन्हें अपनी लाइफ के विच या अर्ली लाइफ के विच जो एक्सपीरियंस अचीव किए ने या गल की जाए जो गेन किए ने, वो कह सकते हैं इट विल बी अ कंटिन्यू, वो लगातार बच्चे के अंदर या कह सकते बच्चे के नाल चलणगे। जो बच्चा चाइल्ड हो गया या कह सकते अर्ली चाइल्ड हो गया या लेटर चाइल्डहुड की पोजीशन ते आ गया, ਇਹ ਜਿਹੜੇ ਐਕਸਪੀਰੀਅੰਸ ਬੱਚੇ ਨੇ ਫੇਸ ਕੀਤੇ ਨੇ ਆਪਣੀ ਸ਼ੁਰੂਆਤੀ ਜੀਵਨ ਦੇ ਵਿੱਚ, ਇਹ ਲੇਟਰ ਲਾਈਫ ਉੱਤੇ ਬੱਚੇ ਦੇ ਬਿਹੇਵੀਅਰ ਉੱਤੇ ਕੀ ਪਾਣਗੇ, ਪ੍ਰਭਾਵ ਪਾਣਗੇ। ਮਤਲਬ ਸੈਗਮੈਂਟ ਫਰੌਡ ਦਾ ਸਿੱਧਾ ਇਹਦੇ ਵਿੱਚ ਗੋਲ ਇਹ ਸੀਗਾ ਕਿ ਬੱਚੇ ਨੇ ਆਪਣੀ ਲਾਈਫ ਦੇ ਵਿੱਚ, अर्ली ਲਾਈਫ ਦੇ ਵਿੱਚ, ਲਾਈਕ ਬੱਚਾ 1 ਸਾਲ ਦਾ ਜਾਂ 2 ਸਾਲ ਦਾ ਜਾਂ 3 ਸਾਲ ਦਾ ਬੱਚਾ ਹੈ, ਲੇਟਰ ਐਕਸਪੀਰੀਅੰਸ ਮਤਲਬ ਜਿਹੜੇ ਬੱਚੇ ਨੇ अर्ली ਐਕਸਪੀਰੀਅੰਸ ਗੇਨ ਕੀਤੇ ਨੇ ਬੱਚੇ ਦੇ, ਉਹ ਲੇਟਰ ਲਾਈਫ ਦੇ ਵਿੱਚ ਜਦੋਂ ਬੱਚਾ ਕੀ ਬਣੂਗਾ, ਜਵਾਨ ਹੋਊਗਾ, ਯੰਗ ਹੋਊਗਾ ਜਾਂ ਕਹਿ ਸਕਦੇ ਬੱਚਾ ਡੈਥ ਪੀਰੀਅਡ ਤੱਕ ਵੀ ਪਹੁੰਚ ਸਕਦਾ ਹੈ। ਤਾਂ ਇਹ ਸਾਰੇ ਜਿਹੜੇ अर्ली ਐਕਸਪੀਰੀਅੰਸ ਬੱਚੇ ਨੇ ਅਚੀਵ ਕੀਤੇ ਨੇ, ਜਿਸ ਰਾਹੀਂ ਬੱਚੇ ਜਿਹੜੀ ਪਰਸਨੈਲਿਟੀ ਉਹ ਡਿਵੈਲਪ ਕੀਤੀ ਗਈ ਹੈ, ਉਹ ਬੱਚੇ ਦੇ ਲਗਾਤਾਰ ਆਉਣ ਵਾਲੇ ਫਿਊਚਰ ਦੇ ਵਿੱਚ ਬੱਚੇ ਉੱਤੇ ਕੀ ਪਾਊਗੀ, ਪ੍ਰਭਾਵ ਪਾਊਗੀ। ਹਿਊਮਨ ਪਰਸਨੈਲਿਟੀ ਦੀ ਗੱਲ ਕਰ ਰਹੇ ਹਾਂ कि ह्यूमन पर्सनैलिटी बच्चे की किस तरह एक तरह डिवेलप की जा सकती है जब बच्चा चाइल्ड सीगा, और यही अर्ली एक्सपीरियंस जो बच्चे ने चाइल्ड के विच फेस किए ने, ये बच्चे की लेटर लाइफ के विच की करनगे, इन्फ्लुएंस पाणगे। जो भी कह सकते हैं कि अर्ली एक्सपीरियंस बच्चे ने गेन किया होगा वो बच्चे च ट्रांसफर होणगे, लेकिन ट्रांसफर कितने होणगे, जो बच्चा लेटर लाइफ के विच पहुंचूगा, जो बच्चा एडल्ट होगा या कह सकते जो बच्चा कह सकते एक तरह का इंडिविजुअल डेथ तक पहुंचूगा। इस चीज़ की गल की सी किन्ना ने, सैगमंट फ्रॉड ने एक थ्योरी राही, उस थ्योरी का नाम के साडे वास्ते साइकोसैक्शुअल थ्योरी है, ठीक है जी। नैक्सट आओ, अगला पॉइंट बहुत इंपॉर्टेंट पॉइंट है। अगले पॉइंट च की गल करदे, सैगमंट फ्रॉड बिलीव करते सीगे ਜਿਹੜੇ ਬੱਚੇ ਨੇ ਸੈਕਸ਼ੂਅਲ ਗ੍ਰੈਟੀਫਿਕੇਸ਼ਨ, ਮਤਲਬ ਕਹਿ ਸਕਦੇ ਇੱਕ ਤਰ੍ਹਾਂ ਦਾ, ਅਗਰ ਕਿਸੇ ਬੱਚੇ ਨੇ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਗੇਨ ਕਰ ਲਿੱਤੀ ਹੈ ਇਹਦੇ ਉੱਤੇ, ਆਪਣੇ ਬੋਡੀ ਪਾਰਟਸ ਉੱਤੇ ਜਾਂ ਬੋਡੀ ਦੇ ਕਿਸੇ ਹਿੱਸੇ ਦੇ ਵਿੱਚੋਂ, ਤਾਂ ਉਹਨਾਂ ਨੇ ਇੱਕ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਾਸਤੇ, ਸੈਗਮੈਂਟ ਫਰੌਡ ਨੇ ਇੱਕ ਥਿਊਰੀ ਨੂੰ ਡਿਵੈਲਪ ਕਰਨ ਵਾਸਤੇ, ਸੈਗਮੈਂਟ ਫਰੌਡ ਨੇ ਇੱਕ ਅਡਲਟ ਪਰਸਨੈਲਿਟੀ ਨੂੰ ਸ਼ੇਪ ਦੇਣ ਦੇ ਵਾਸਤੇ ਟੋਟਲ 5 ਸਟੇजेस ਦੀ ਗੱਲ ਕੀਤੀ ਹੈ। ਟੋਟਲ 5 ਸਟੇजेस ਦੀ ਗੱਲ ਕੀਤੀ ਹੈ। ਉਹਨਾਂ 5 ਸਟੇजेस ਅਸੀਂ ਕੀ ਬੋਲਦੇ ਆ, 5 ਸਾਈਕੋਸੈਕਸ਼ੁਅਲ ਸਟੇजेस ਬੋਲਾਂਗੇ, ਜਿਸ ਰਾਹੀਂ ਇੱਕ ਅਡਲਟ ਪਰਸਨੈਲਿਟੀ ਨੂੰ ਕੀ ਦਿੱਤੀ ਜਾਊਗੀ, ਸ਼ੇਪ ਦਿੱਤੀ ਜਾਊਗੀ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਕੌਣ ਕਹਿ ਰਹੇ ਨੇ, ਆਪਣੇ ਸੈਗਮੈਂਟ ਫਰੌਡ ਕਹਿ ਰਹੇ ਨੇ ਕਿ ਬੱਚੇ ਦੀ ਅਗਰ ਆਪਾਂ ਗੱਲ ਕਰੀਏ, ਕਿਸੇ ਬੱਚੇ ਨੇ ਆਪਣੀ ਚਾਈਲਡਹੁੱਡ ਦੇ ਵਿੱਚ ਕਿਸੇ ਬੋਡੀ ਪਾਰਟ ਉੱਤੇ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਅਚੀਵ ਕਰ ਲਿੱਤੀ ਹੈ ਜਾਂ ਗੇਨ ਕਰ ਲਿੱਤੀ ਹੈ, ਤਾਂ ਓਬਵੀਅਸ ਉਹ ਬੱਚੇ ਦੀ ਜਿਹੜੀ ਲਾਈਫ ਪੀਰੀਅਡ ਹੋਊਗਾ, अगला अडल्ट पीरियड होगा या अगली जी परसनैलिटी सैटअप की जाऊगी, और टोटल 5 स्टेजेस से डिवाइन की गई है। उस 5 स्टेजेस में असीं की बोलांगे, 5 साइकोसैक्शुअल स्टेजेस बोलांगे। लेकिन अगर मैं गल करा इन्हां 5 स्टेजेस नूं देखण तो पहला, असीं सैगमंट फ्रॉड ने इस थ्योरी विच टोटल 3 टर्म्स यूज कीतियां ने। किन्नी कीतियां ने? 3 टर्म्स यूज कीतियां ने। उन्हें 3 टर्म्स की गल करते हैं। पहला उन्हें गल की सी इन्होंने लिबिडो की, नैक्सट की उन्होंने फिक्सेशन की, और लास्ट उन्होंने गल की इरोजनस जोन की। ठीक है, ये तीनों ही टर्म्स बहुत इंपॉर्टेंट ने। डिफरेंट वे दे नाल इस टर्म्स में समझाऊंगा और नाल मैं एग्जाम्पल भी दिंदा जाऊंगा फिलहाल थानू। ठीक है, तो देखो हुण इहदे विच गल करिए, फर्स्ट टर्म आंदे तुहाडे सामने दे विच लिबिडो दी। ध्यान रखियो, एक इंग्लिश वर्ड लिखिया हुआ है, ਉਹਨੂੰ ਪੰਜਾਬੀ ਚ ਮੈਂ ਟ੍ਰਾਂਸਲੇਟ ਕਰਵਾਉਂਗਾ। ਇਹਦੇ ਵਿੱਚ ਦੇਖੋ ਕੀ ਕਹਿੰਦਾ, ਇਹਦੇ ਵਿੱਚ ਕਹਿੰਦਾ ਸੈਕਸ਼ੂਅਲ એનર્ਜੀ that can manifest through different type of the behavior। ਹੁਣ ਇਹਦੇ ਵਿੱਚ ਗੱਲ ਕੀਤੀ ਕਿ ਤੁਹਾਡੇ ਵਾਸਤੇ ਲਿਬਿਡੋ ਦੀ ਨਹੀਂ, ਲਿਬਿਡੋ ਦੀ ਗੱਲ ਕੀਤੀ ਹੈ। ਮੈਂ ਤਾਂ ਇੱਕ ਵਰਡ ਕਹੂੰਗਾ, ਲਿਬਿਡੋ ਇਜ਼ ਨਥਿੰਗ। ਲਿਬਿਡੋ ਸਾਡੇ ਵਾਸਤੇ ਕੁਝ ਨਹੀਂ ਹੈਗਾ, ਲੇਕਿਨ ਹਾਂ ਸੈਕਸ਼ੂਅਲ એનર્ਜੀ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ। ਜਾਂ ਫਿਰ ਗੱਲ ਕਰੀਏ, ਇਹਦੇ ਵਿੱਚ ਗੱਲ ਕਰਦੇ ਇੱਕ
सैक्स ड्राइव की गल की गई है। किन्ना ने गल की है? सैगमंड फ्रॉड ने सैक्स ड्राइव की। या फिर गल करिए सैक्स एनर्जी की, वो तो तुसीं मेरी फिलहाल तो उपर पढ़ भी चुके हो। या गल करिए आप एक तरह की सैक्स एपेटाइट की, मतलब एक भुख की, प्यार की, प्यास की, आ सारी चीज़ां गल कीतियां ने लिबिडो दे विच। ਇਹ ਜਿਹੜੀ ध्यान रखियो जो लिबिडो है या जिन्होंने ਅਸੀਂ बोलते हैं सैक्स ड्राइव है या जिन्होंने ਅਸੀਂ सैक्स एपेटाइट बोलते हैं या सैक्शुअल एनर्जी बोलते हैं, लिबिडो इज नथिंग। मैं थोड़ा यही गल की, लिबिडो कुछ नहीं है, लेकिन इन्हें 3 टर्म्स के विच अगे डिफाइन किया गया। दैट्स कॉल्ड है सैक्शुअल एनर्जी, दैट्स कॉल्ड है सैक्स ड्राइव या सैक्स एपेटाइट। हुण ध्यान रखियो जी लिबिडो है या सैक्स ड्राइव है या सैक्स एपेटाइट है, ये डिफरेंट स्टेज के विच हरेक एक उम्र के विच की पाई जाती है, डिफरेंट पाई जाती है। ये भी ध्यान रखियो की पाई जाऊगी, डिफरेंट पाई जाऊगी। ये डिफरेंट होने का कारण की है, जो बच्चा 1 साल का सी फिलहाल तो बच्चे की एक तरह की सैक्स ड्राइव कुछ होर सी या सैक्शुअल एनर्जी कुछ होर सी। जो बच्चा 4 साल का होया, 5 साल का होया, उदों कुछ होर हुई है। मतलब जिमें जिमें स्टेज चेंज होती जाऊगी, ये जी सैक्स ड्राइव है ये भी की होती जाऊगी, चेंज होती जाऊगी। तो लिबिडो मैं तुहानूं इत्थे वर्ड बोल चुकी हाँ। लिबिडो इज नथिंग बट इन्हों असीं की बोल सकते, सैक्शुअल एनर्जी बोल सकते हैं, सैक्स ड्राइव बोल सकते हैं या सैक्स एपेटाइट भी बोल सकते हैं। ये ध्यान रखियो, ये हरेक स्टेज के विच की पाई जाती है, डिफरेंट पाई जाती है। हरेक स्टेज विच की है डिफरेंट होगा कि नहीं होगा, वो आप अगे पढ़ांगे। बस ध्यान रखियो लिबिडो के 3 नाम याद रखने ने। दैट्स कॉल एक तरह का सैक्शुअल एनर्जी बोलते हैं, असीं सैक्शुअल ड्राइव बोलते हैं या सैक्स एपेटाइट बोलते हैं। हरेक स्टेज से की पाई जाती है तो अपने अकॉर्डिंग डिफरेंट पाई जाती है, ठीक है। उस तो बाद निकल के अगला टर्म्स आती है तुहाडे वास्ते फिक्सेशन। हुण फिक्सेशन की कहती है? फिक्सेशन कहती की है, आ डेफिनेशन बहुत इंपॉर्टेंट है, पढ़न की कोशिश करियो। की कहता है? द आइडिया दैट पार्ट ऑफ द पर्सनस लिबिडो इज स्ट्रक। मान के चलो अगर किसी बच्चे का लिबिडो अटक जाती है, गल करिए तो अगर देखा जाए इंडिविजुअल इमोशनली और एक मैंटली गल की गई है। अगर इस स्टेज के विच बच्चा इमोशनली वे दे नाल या मैंटली तरीके दे नाल किते स्ट्रक हो जाता है, अटक जाता है, पर्टिकुलर स्टेज से अटक जाता है, तो जो बच्चा होगा दूसरी स्टेज से पहुँच नहीं सकता। मेरा कहने का मतलब यह है कि आप मन के चलो जे एक बच्चे की कोई इच्छा पूरी नहीं होंगी, ठीक है, वो पहली स्टेज के उत्ते, वो पहली स्टेज से अटकिया रहूगा, दूजी स्टेज से जा नहीं पाऊगा। तो यही गल की गई है। अगर मान के चलो लिबिडो के विच जिहड़ी उपर टर्म्स पढ़ी है, ਉਹਦੇ ਵਿੱਚ ਕਿਸੇ ਬੱਚੇ ਦਾ ਬੋਡੀ ਪਾर्ट ਚੰਗੇ ਤਰੀਕੇ ਨਾਲ ਫੁੱਲਫਿਲ ਨਹੀਂ ਹੋਇਆ ਹੁੰਦਾ, ਜਾਂ ਕਹਿ ਸਕਦੇ ਕੋਈ ਬੱਚੇ ਦੀ ਇੱਛਾ ਨਹੀਂ ਪੂਰੀ ਹੋਈ ਹੁੰਦੀ, ਜਾਂ ਪਾਰਟਿਕੂਲਰ ਸਟੇਜ ਤੇ ਬੱਚਾ ਨਹੀਂ ਪਹੁੰਚ ਪਾਇਆ ਹੁੰਦਾ, ਤਾਂ ਧਿਆਨ ਰੱਖਿਓ ਬੱਚਾ ਦੂਸਰੀ ਸਟੇਜ ਤੇ ਨਹੀਂ ਪਹੁੰਚ ਸਕਦਾ। ਉੱਥੇ ਬੱਚਾ ਪਹਿਲੀ ਸਟੇਜ ਦੇ ਵਿੱਚ ਕੀ ਹੋ ਜਾਊਗਾ? ਫਿਕਸ ਹੋ ਜਾਊਗਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਸੈਗਮੈਂਟ ਫਰੌਂਡ ਕਹਿ ਰਹੇ ਨੇ ਕਿ ਮੰਨ ਕੇ ਚਲੋ ਕਿ ਕਿਸੇ ਬੱਚੇ ਦੀ ਕੋਈ कह सकते विश या कोई ऑब्जेक्ट या कह सकते कोई डिजायर जो कंप्लीट नहीं हुई एक स्टेज उत्ते, और दूसरी स्टेज ते की नहीं आ सकता, पहुंच नहीं सकता, और उसी स्टेज ते की रहूगा? अटकिया रहूगा, स्ट्रक रहूगा। इतने वर्ड लिखे हुए स्ट्रक, तो ध्यान रखियो उत्थे अटकिया रहूगा। मान लो किसी बच्चे की कोई बच्चा इमोशनली किसी सोसाइटी से अटैच नहीं कर पाया, ठीक है, तो ओबियस अपने पेरेंट्स के नाल ही ज़्यादा घुलिया मिलिया रहूगा, उन्होंने सोसाइटी वर्ड का मतलब ही नहीं पता होगा। ये तो कहने का मतलब यही है बच्चा अपने आप दोबारा तो रीऑर्गेनाइज नहीं कर पाऊगा, एक जगह तक की हो जाऊगा, वो फिक्स हो जाऊगा। ये गल की गई सी फिक्सेशन दे विच। नैक्सट अगला पॉइंट कहता कि ये अगला टर्म जी है उन्होंने असीं की बोलते हैं? इरोजनस जोन बोलते हैं। ये ध्यान रखियो ये की कहता है? अ पार्ट ऑफ द बॉडी दैट इज सेंसिटिव टू स्टिमुलेशन। हुण ये गल की गई है, यह एक इहो स्टेज है, ये ध्यान रखियो ਜਿਹੜੀ ਤੁਹਾਡੇ ਵਾਸਤੇ ਜ਼ੋਨ ਦੀ ਗੱਲ ਕੀਤੀ ਗਈ ਹੈ। ਇੱਕ ਇਹ ਆਈਜੀ ਸਟੇਜ ਹੈ ਜਿੱਥੇ ਹਰ ਇੱਕ ਇੰਡੀਵਿਜੂਅਲ ਦੇ ਪਾਸ ਇੱਕ ਸੈਕਸ਼ੂਅਲ ਡਿਜ਼ਾਇਰ ਹੁੰਦੀ ਹੈ, ਜਾਂ ਐਕਸਾਈਟਮੈਂਟ ਹੁੰਦੀ ਹੈ, ਜਾਂ ਸੈਕਸ਼ੂਅਲ ਪਲੇਜ਼ਰ ਹੁੰਦਾ ਹੈ, ਠੀਕ ਹੈ। ਇਹ ਜ਼ੋਨ ਸਾਡੇ ਵਾਸਤੇ ਕਿਹਦੇ ਵਿੱਚ ਆਊਗਾ? ਲਾਈਕ ਇਹ 'ਚ ਅਸੀਂ ਮੋਸਟਲੀ ਗੱਲ ਕਰਦੇ ਜਿਹੜੇ ਬੱਚੇ ਕਹਿ ਸਕਦੇ ਟੀਨ ਏਜ ਦੇ ਹੋ ਜਾਂਦੇ ਨੇ, ਤਾਂ ਉਹ ਬੱਚੇ ਇਸ ਜ਼ੋਨ ਦੇ ਵਿੱਚ ਪਾਏ ਜਾਂਦੇ ਨੇ। ਇਰੋਜਨਸ ਜ਼ੋਨ ਬੋਲਦੇ ਆ, ਜਿਹਦੀ ਡੈਫੀਨੇਸ਼ਨ ਕਹਿੰਦੀ ਕੀ ਹੈ? ਇਹਦੇ 'ਚ ਜਿਹੜਾ ਬੱਚਾ ਹੁੰਦਾ ਹਰੇਕ ਬੱਚਾ ਜਿਹਦੀ ਉਮਰ ਲਾਈਕ ਪਤਾ ਕਰ ਸਕਦੀ ਹੈ, 13-14 ਦੀ ਗੱਲ ਕਰ ਸਕਦੇ ਆ, ਤਾਂ ਉਹ ਬੱਚੇ ਪਾਸ ਹਰੇਕ ਬੱਚੇ ਪਾਸ ਕੋਈ ਨਾ ਕੋਈ ਇੰਡੀਵਿਜੂਅਲ ਐਕਸਾਈਟਮੈਂਟ ਹੁੰਦੀ ਹੈ ਜਾਂ ਸੈਕਸ਼ੂਅਲ ਪਲੇਜ਼ਰ ਹੁੰਦਾ ਹੈ, ਜਿਸ ਨੂੰ ਕਰਨ ਵਾਸਤੇ ਬੱਚਾ ਹਮੇਸ਼ਾ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਕਿ ਸਟਿਮੂਲੇਟ ਹੁੰਦਾ, ਕਿ ਪਤਾ ਲੱਗਦਾ ਕਿ ਜਿਹੜਾ ਸੁਸਾਇਟੀ 'ਚ ਮੇਲ ਔਰ ਫੀਮੇਲਸ ਨੇ ਉਹ ਐਕਚੁਅਲ ਦੇ ਵਿੱਚ ਇੰਨੀ ਡਿਫਰੈਂਸੀਏਸ਼ਨ ਕਿਉਂ ਪਾਈ ਜਾਂਦੀ ਹੈ।
ਤੈਨੂੰ ਅਸੀਂ ਕੀ ਬੋਲਦੇ, ਇੱਕ ਤਰ੍ਹਾਂ ਦਾ ਇਰੋਜਨਸ ਜ਼ੋਨ ਬੋਲਾਂਗੇ। ਤੇ ਧਿਆਨ ਰੱਖਿਓ ਫਰੂਇਡ ਨੇ 3 ਟਰਮਸ ਦੀ ਗੱਲ ਕੀਤੀ ਸੀ। ਪਹਿਲੇ ਟਰਮ ਦੀ ਗੱਲ ਕੀਤੀ ਉਹਨੇ ਲਿਬਿਡੋ ਦੀ। ਲਿਬਿਡੋ ਬੱਚੇ ਵਾਸਤੇ ਕੁਝ ਵੀ ਨਹੀਂ ਹੁੰਦਾ, ਲੇਕਿਨ ਇਹਨੂੰ ਅਸੀਂ ਗੱਲ ਕਰੀਏ ਤਾਂ ਡਿਫਰੈਂਟ ਸਟੇਜ ਦੇ ਵਿੱਚ ਡਿਫਰੈਂਟ ਪਾਈ ਜਾਂਦੀ ਹੈ। ਜਾਂ ਸਾਡੇ ਵਾਸਤੇ ਸੈਕਸ ਡਰਾਈਵ ਹੋ ਸਕਦਾ ਹੈ, ਜਾਂ ਸੈਕਸ ਐਪੀਟਾਈਟ ਹੋ ਸਕਦੀ ਹੈ, ਜਾਂ ਸੈਕਸ਼ੂਅਲ એનર્ਜੀ ਹੋ ਸਕਦੀ ਹੈ। ਉਸ ਤੋਂ ਬਾਅਦ ਸੈਕਿੰਡ ਟਰਮ ਦੀ ਗੱਲ ਕੀਤੀ ਸੀ ਇਹਨਾਂ ਨੇ ਫਿਕਸੇਸ਼ਨ ਦੀ। ਤਾਂ ਫਿਕਸੇਸ਼ਨ ਦੀ ਗੱਲ ਕਰੀਏ ਤਾਂ ਅਗਰ ਕਿਸੇ ਬੱਚੇ ਦੀ ਕੋਈ ਇੱਕ ਇੱਛਾ ਜੋ ਪਹਿਲੀ ਸਟੇਜ 'ਚ ਪੂਰੀ ਨਹੀਂ ਹੋਈ ਹੈ ਤਾਂ ਧਿਆਨ ਰੱਖਿਓ ਉੱਥੇ ਲਿਬਿਡੋ ਕੀ ਹੋ ਜਾਊਗਾ, ਸਟਕ ਹੋ ਜਾਊਗਾ, ਅਟਕ ਜਾਊਗਾ। ਬੱਚਾ ਆਪਣੀ ਉਸ ਇੱਛਾ ਨੂੰ ਅਗਰ ਪੂਰਾ ਨਹੀਂ ਕਰਦਾ ਤਾਂ ਬੱਚਾ ਦੂਸਰੀ ਸਟੇਜ ਤੇ ਕੀ ਨਹੀਂ ਹੋ ਸਕਦਾ, ਪਹੁੰਚ ਨਹੀਂ ਸਕਦਾ। ਉਹ ਪਹਿਲੀ ਸਟੇਜ ਤੇ ਕੀ ਹੋ ਜਾਊਗਾ, ਫਿਕਸ ਹੋ ਜਾਊਗਾ। ਉਸ ਤੋਂ ਬਾਅਦ ਥਰਡ ਗੱਲ ਕੀਤੀ ਸੀ ਇਹਨਾਂ ਨੇ ਇਰੋਜਨਸ ਜ਼ੋਨ ਦੀ। ਤੇਰੇ ਵਿੱਚ ਅਗਰ ਮੈਂ ਗੱਲ ਕਰਾਂ ਇਸ ਜ਼ੋਨ ਦੇ ਬਾਰੇ, ਇਸ ਏਰੀਆ ਦੇ ਬਾਰੇ, ਤੇਰੇ ਵਿੱਚ ਗੱਲ ਕਰਦਾ ਮੈਂ ਫਿਲਹਾਲ ਇਹਦੇ ਵਿੱਚ ਕਹਿ ਰਿਹਾ ਕਿ ਹਰ ਇੱਕ ਇੰਡੀਵਿਜੂਅਲ ਦੇ ਪਾਸ ਕੋਈ ਨਾ ਕੋਈ ਸੈਕਸ਼ੂਅਲ ਐਕਸਾਈਟਮੈਂਟ ਹੁੰਦੀ ਕਿਸੇ ਚੀਜ਼ ਨੂੰ ਕਰਨ ਦੀ, ਠੀਕ ਹੈ, ਕਿਸੇ ਇੱਛਾ ਨੂੰ ਪੂਰਨ ਕਰਨ ਵਾਸਤੇ, ਜਾਂ ਇੱਕ ਸੈਕਸ਼ੂਅਲ ਪਲੇਜ਼ਰ ਹੁੰਦਾ ਹੈ। ਤੇ ਗੱਲ ਕੀਤੀ ਸੀ ਇਸ ਜ਼ੋਨ ਦਾ ਨਾਮ ਕੀ ਸਾਡੇ ਵਾਸਤੇ ਇਰੋਜਨਸ ਜ਼ੋਨ ਹੈ, ਠੀਕ ਹੈ। ਨੈਕਸਟ ਬੇਟੇ ਤੁਹਾਨੂੰ ਇੱਕ ਨਾ ਡਾਇਗਰਾਮ ਮਿਲੇਗੀ, ਫਿਲਹਾਲ ਪਿਕਚਰ ਦਿਖਾਈ ਦੇਗੀ। ਇਹਦੇ ਵਿੱਚ ਗੱਲ ਕੀਤੀ ਸੀ ਸੈਗਮੈਂਟ ਫਰੌਡ ਨੇ ਇੰਡੀਵਿਜੂਅਲ ਮਾਈਂਡ ਨੂੰ, ਠੀਕ ਹੈ, ਇੱਕ ਤਰ੍ਹਾਂ ਦੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਂ ਗੱਲ ਕਰੇ ਇੰਡੀਵਿਜੂਅਲ ਮਾਈਂਡ ਨੂੰ ਉਹਨਾਂ ਨੇ 3 ਮਾਈਂਡਸ ਦੇ ਵਿੱਚ ਚੇਂਜ ਕੀਤਾ ਹੈ, ਜਾਂ 3 ਲੈਵਲ ਦੇ ਅਕੋਰਡਿੰਗ ਗੱਲ ਕੀਤੀ ਹੈ। ਪਹਿਲਾ ਲੈਵਲ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਉਹ ਕੌਨਸ਼ੀਅਸ ਮਾਈਂਡ ਹੈ, ਦੂਸਰਾ ਸਾਡੇ ਵਾਸਤੇ ਪ੍ਰੀ ਕੌਨਸ਼ੀਅਸ ਮਾਈਂਡ ਹੈ, ਔਰ ਥਰਡ ਉਹਨਾਂ ਨੇ ਗੱਲ ਕੀਤੀ ਸੀ ਇਹਦੇ ਵਿੱਚ ਅਨਕੌਨਸ਼ੀਅਸ ਮਾਈਂਡ ਦੀ। ਤਾਂ ਤੁਹਾਨੂੰ ਫਿਲਹਾਲ ਇੱਕ ਦਿਖਾਈ ਦੇ ਰਿਹਾ ਹੋਊਗਾ ਆਈਸਬਰਗ ਮੈਟਾਫੋਰ ਦਿਖਾਈ ਦੇ ਰਹੀ ਹੋਊਗੀ। ਨਦੀ ਦੇ ਵਿੱਚ ਇੱਕ ਬਰਫ਼ ਦਿਖਾਈ ਦੇ ਰਹੀ ਹੋਊਗੀ ਜਿਹਨੂੰ ਅਸੀਂ ਆਈਸਬਰਗ ਬੋਲਦੇ ਹਾਂ। ਇਹ 3 ਹਿੱਸੇ 'ਚ ਡਿਵਾਈਡ ਕੀਤੀ ਗਈ ਹੈ। ਇੱਕ ਤਾਂ ਪਾਣੀ ਦੇ ਲੈਵਲ ਦੇ ਉੱਪਰ ਦੀ ਹੈ, ਇੱਕ ਪਾਣੀ ਦੇ ਲੈਵਲ ਨੀਚੇ ਹੈ, ਜੋ ਬਰਫ਼ ਦਿਖਾਈ ਦੇ ਰਹੀ ਹੈ, ਆਈਸਬਰਗ ਦਿਖਾਈ ਦੇ ਰਹੀ ਹੈ ਤੁਹਾਨੂੰ, ਇੱਕ ਪਾਣੀ ਦੇ ਨੀਚੇ ਹੈ, ਔਰ ਇੱਕ ਦਿਖਾਈ ਦੇ ਰਹੀ ਹੋਗੀ ਬਿਲਕੁਲ ਵਾਈਟ ਲਾਈਨ ਦੇ ਨੀਚੇ ਦਿਖਾਈ ਦੇ ਰਿਹਾ ਹੋਊਗਾ ਆਵਲਾ ਹਿੱਸਾ, ਠੀਕ ਹੈ। ਐਵੇਂ ਇੱਕ ਇੰਡੀਵਿਜੂਅਲ ਮਾਈਂਡ ਹੁੰਦਾ ਹੈ, ਉਹ 3 ਲੈਵਲ ਤੇ ਗੁਜ਼ਰਦਾ ਹੈ। ਪਹਿਲੀ ਗੱਲ ਤਾਂ ਇਸ ਦੇ ਅਕੋਰਡਿੰਗ ਆਪਾਂ ਫਿਲਹਾਲ ਦੇਖ ਲੈਂਦੇ ਹਾਂ ਕਿ ਕੌਨਸ਼ੀਅਸ ਮਾਈਂਡ ਕੀ ਹੁੰਦੀ ਹੈ, ਪ੍ਰੀ ਕੌਨਸ਼ੀਅਸ ਮਾਈਂਡ ਕੀ ਹੁੰਦੀ ਹੈ, ਅਨਕੌਨਸ਼ੀਅਸ ਮਾਈਂਡ ਕੀ ਹੁੰਦੀ ਹੈ। ਡੈਫੀਨੇਸ਼ਨ ਬਹੁਤ ਇੰਪੋਰਟੈਂਟ ਨੇ। ਤਾਂ ਪਹਿਲੀ ਗੱਲ ਕਰ ਰਿਹਾ ਜੋ ਤੁਹਾਡੇ ਨਾਲ ਪਾਣੀ ਦੇ ਲੈਵਲ ਦੇ ਉੱਪਰ ਦਿਖਾਈ ਦੇ ਰਹੀ ਹੈ, ਜੋ ਬਰਫ਼ ਆਈਸਬਰਗ ਦਿਖਾਈ ਦੇ ਰਹੀ ਹੈ, ਉਸ ਨੂੰ ਅਸੀਂ ਕੀ ਬੋਲਦੇ ਹਾਂ, ਕੌਨਸ਼ੀਅਸ ਮਾਈਂਡ ਬੋਲਦੇ ਹਾਂ। ਹੁਣ ਧਿਆਨ ਰੱਖਿਓ ਕੌਨਸ਼ੀਅਸ ਮਾਈਂਡ ਹੁੰਦੀ ਕੀ ਹੈ। ਫਿਲਹਾਲ ਕੌਨਸ਼ੀਅਸ ਮਾਈਂਡ ਲਾਈਕ ਦੇਖਿਆ ਜਾਵੇ ਤਾਂ ਤੁਸੀਂ ਕੋਈ ਵੀ ਲੌਜੀਕਲੀ ਡਿਸੀਜ਼ਨ ਲੈਂਦੇ ਹੋ, ਠੀਕ ਹੈ, ਜਾਂ ਇੰਡੀਵਿਜੂਅਲ ਪ੍ਰੋਸੈਸ ਨੂੰ ਕੰਟਰੋਲ ਕਰਦੇ ਹੋ। ਕੋਈ ਵੀ ਮਤਲਬ ਲੌਜਿਕ ਡਿਸੀਜ਼ਨ ਲੈਣਾ, ਜਾਂ ਕਹਿ ਸਕਦੇ ਕਿਸੇ ਲੌਜਿਕ ਤਰੀਕੇ ਦੇ ਨਾਲ ਕੋਈ ਸੋਚਦੇ ਹੋ, ਜਾਂ ਰੀਜ਼ਨਿੰਗ ਦੇ ਰਿਲੇਟਡ ਕੋਈ ਵੀ ਸਵਾਲ ਹੁੰਦਾ ਜਾਂ ਕੋਈ ਵੀ ਤਰੀਕਾ ਅਪਣਾਉਂਦੇ ਆ ਤਾਂ ਉਹ ਸਾਡੇ ਵਾਸਤੇ ਕੀ ਹੁੰਦਾ, ਕੌਨਸ਼ੀਅਸ ਮਾਈਂਡ ਹੁੰਦਾ। ਲਾਈਕ ਇੱਥੇ ਐਗਜ਼ਾਮਪਲ ਦੇ ਦੇਣਾ, ਲਾਈਕ ਮਲਟੀਪਲਾਈ ਕਰਦੇ ਜਦੋਂ ਅਸੀਂ 3 ਨੂੰ ਕਿਹਦੇ ਨਾਲ, 2 ਦੇ ਨਾਲ, ਜਦੋਂ 3 ਨੂੰ ਮਲਟੀਪਲਾਈ ਕਰਾਂਗੇ ਅਸੀਂ 2 ਦੇ ਨਾਲ ਤਾਂ ਓਬਵੀਅਸ ਉੱਤੇ ਜਿਹੜਾ ਆਨਸਰ ਆਏਗਾ ਤੁਹਾਨੂੰ ਪਤਾ 6 ਆਨਸਰ ਆਏਗਾ। ਤਾਂ ਜਿਹੜਾ ਤੁਹਾਨੂੰ ਕੁਐਸਚਨ ਸੋਲਵ ਕੀਤਾ ਨਿਊਮੈਰੀਕਲ ਤਰੀਕੇ ਦੇ ਨਾਲ, ਉਹ ਸਾਡੇ ਕਿਹੜੇ ਮਾਈਂਡ ਨੇ ਕੀਤਾ, ਕੌਨਸ਼ੀਅਸ ਮਾਈਂਡ ਨੇ ਕੀਤਾ। ਮਤਲਬ ਜਦੋਂ ਵੀ ਲੌਜਿਕ ਰਿਲੇਟਡ ਗੱਲ ਕੀਤੀ ਜਾਵੇ ਜਾਂ ਲੌਜੀਕਲ ਡਿਸੀਜ਼ਨ ਲੈਣੇ ਆ ਜਾਂ ਇੰਟੈਲੈਕਚੁਅਲ ਪ੍ਰੋਸੈਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਸਾਡਾ ਇੱਕੋ ਹੀ ਮਾਈਂਡ ਦਿਖਾਈ ਦਿੰਦਾ ਜਾਂ ਇੱਕੋ ਹੀ ਮਾਈਂਡ ਕੰਮ ਕਰਦਾ, ਦੈਟਸ ਕੋਲ ਅ ਕੌਨਸ਼ੀਅਸ ਮਾਈਂਡ, ਜੋ ਤੁਹਾਨੂੰ ਪਾਣੀ ਦੇ ਉੱਪਰ ਦਿਖਾਈ ਦੇਊਗਾ। ਜੋ ਲਾਈਕ ਇੰਡੀਵਿਜੂਅਲ ਨੂੰ ਜਦੋਂ ਅਸੀਂ ਇੱਕ ਕੁਐਸਚਨ ਸੋਲਵ ਕਰ ਲੈਂਦੇ ਆ ਤਾਂ ਕੁਐਸਚਨ ਚਾਹੇ ਬੱਚੇ ਨੇ ਸੋਲਵ ਕੀਤਾ ਹੈ ਜਾਂ ਟੀਚਰ ਨੇ ਸੋਲਵ ਕੀਤਾ ਹੈ, ਉਹ ਕਲਾਸਰੂਮ 'ਚ ਹਰੇਕ ਬੱਚੇ ਦੇ ਸਾਹਮਣੇ ਆਊਗੀ। ਤੁਹਾਨੂੰ ਅਸੀਂ ਕੀ ਬੋਲਾਂਗੇ, ਕੌਨਸ਼ੀਅਸ ਮਾਈਂਡ ਬੋਲਾਂਗੇ। ਨੈਕਸਟ ਪਾਣੀ ਦੇ ਲੈਵਲ ਦੇ ਨੀਚੇ ਜਿਹੜੀ ਤੁਹਾਨੂੰ ਆਈਸਬਰਗ ਦਿਖਾਈ ਦੇ ਰਹੀ ਹੋਗੀ ਜੋ ਸਬਮਰਜ ਹੋ ਚੁੱਕੀ ਹੈ, ਨੀਚੇ ਆ ਚੁੱਕੀ ਹੈ, ਪਾਣੀ ਦੇ ਲੈਵਲ ਦੇ ਨੀਚੇ ਆ ਚੁੱਕੀ ਹੈ। ਔਰ ਇਹ 'ਚ ਦੂਸਰੇ ਲੈਵਲ ਦੀ ਗੱਲ ਕੀਤੀ ਗਈ ਹੈ ਪ੍ਰੀ ਕੌਨਸ਼ੀਅਸ ਮਾਈਂਡ ਦੀ। ਹੁਣ ਪ੍ਰੀ ਕੌਨਸ਼ੀਅਸ ਮਾਈਂਡ ਕੀ ਹੁੰਦਾ ਹੈ, ਪ੍ਰੀ ਕੌਨਸ਼ੀਅਸ ਮਾਈਂਡ ਆਪਣੇ ਕੌਨਸ਼ੀਅਸ ਮਾਈਂਡ ਦੇ ਵਿੱਚ ਆ ਸਕਦਾ ਹੈ। ਧਿਆਨ ਰੱਖਿਓ ਮੈਂ ਤੇ ਇੱਕ ਲਾਈਨ ਬੋਲ ਰਿਹਾ, ਪ੍ਰੀ ਕੌਨਸ਼ੀਅਸ ਮਾਈਂਡ ਤੁਹਾਡੇ ਆਪਣੇ ਕੌਨਸ਼ੀਅਸ ਮਾਈਂਡ ਦੇ ਵਿੱਚ ਟ੍ਰਾਂਸਫਰ ਹੋ ਸਕਦਾ ਹੈ, ਲੇਕਿਨ ਕਿਵੇਂ ਟ੍ਰਾਂਸਫਰ ਹੋਊਗਾ, ਇਹ ਤੁਹਾਡੀ ਵਿਲ ਪਾਵਰ ਤੇ ਹੋਊਗਾ। ਵਿਲ ਪਾਵਰ ਮਤਲਬ ਤੁਹਾਡੇ ਅੰਦਰ ਕੈਪੇਬਿਲਿਟੀ ਹੋਊਗੀ ਤਾਂ ਹੀ ਤੁਸੀਂ ਪ੍ਰੀ ਕੌਨਸ਼ੀਅਸ ਮਾਈਂਡ ਨੂੰ ਕੌਨਸ਼ੀਅਸ ਮਾਈਂਡ 'ਚ ਕੀ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ। ਲਾਈਕ ਇਹਦੇ ਵਾਸਤੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਲਾਈਕ ਤੁਸੀਂ ਟਰੈਵਲ ਕਰਦੇ ਹੋ ਚਾਹੇ ਟ੍ਰੇਨ ਦੇ ਵਿੱਚੋਂ ਜਾਂ ਕਾਰ ਦੇ ਵਿੱਚੋਂ, ਅਚਾਨਕ ਤੁਹਾਨੂੰ ਆਪਣੇ ਕਿਸੇ ਫਰੈਂਡ ਦਾ ਫੋਨ ਆ ਜਾਂਦਾ, ਤੁਸੀਂ ਫੋਨ ਤੇ ਵੀ ਗੱਲ ਕਰਦੇ ਪਏ ਹੋ, ਤੁਸੀਂ ਡਰਾਈਵਿੰਗ ਵੀ ਕਰਦੇ ਪਏ ਹੋ। ਹੁਣ ਦੇਖਿਆ ਜਾਵੇ ਤਾਂ ਤੁਹਾਨੂੰ ਉੱਥੇ ਘਰ ਦੇ ਪਹੁੰਚਣ ਵਾਸਤੇ ਅਚਾਨਕ ਫੋਨ ਤੇ ਗੱਲ ਕਰਦੇ ਕਰਦੇ ਤੁਸੀਂ ਆਪਣੇ ਘਰੇ ਪਹੁੰਚ ਜਾਂਦੇ ਹੋ। ਕਾਰਨ ਕੀ ਹੈ, ਕਾਰਨ ਕਿਉਂ ਘਰੇ ਪਹੁੰਚ ਕੇ ਫੋਨ ਤੇ ਗੱਲ ਕਰਦੇ ਕਰਦੇ, ਕਿਉਂਕਿ ਤੁਹਾਨੂੰ ਘਰ ਦਾ ਡਾਇਰੈਕਸ਼ਨ ਪਤਾ ਹੈ, ਰਾਸਤਾ ਪਤਾ, ਵੇ ਪਤਾ ਵੀ ਤੁਹਾਨੂੰ ਆਹ ਰਾਸਤੇ ਘਰੇ ਜਾਣਾ ਹੈ, ਤਾਂ ਉਵੇਂ ਤੁਸੀਂ ਡਰਾਈਵ ਕਰਦੇ ਚਲੇ ਜਾਓਗੇ। ਦੇਖਿਆ ਜਾਵੇ ਤਾਂ ਉਵੇਂ ਤੁਸੀਂ ਆਪਣੇ ਫੋਨ ਤੇ ਗੱਲ ਕਰਦੇ ਜਾਵਾਂਗੇ। ਤਾਂ ਉਹ ਸਾਡੇ ਵਾਸਤੇ ਕੀ ਹੁੰਦਾ, ਪ੍ਰੀ ਕੌਨਸ਼ੀਅਸ ਮਾਈਂਡ ਹੁੰਦਾ। ਪ੍ਰੀ ਕੌਨਸ਼ੀਅਸ ਮਾਈਂਡ ਦਾ ਮਤਲਬ ਕੀ ਹੈ,
ਵੀ ਪ੍ਰੀ ਕੌਨਸ਼ੀਅਸ ਮਾਈਂਡ ਦੇ ਵਿੱਚ ਚੇਂਜ ਹੋ ਸਕਦਾ ਹੈ ਅਗਰ ਤੁਹਾਡੇ ਅੰਦਰ ਕੀ ਹੋਊਗੀ, ਵਿਲ ਹੋਊਗੀ। ਮੰਨ ਕੇ ਚੱਲੋ ਨਵਾਂ ਕੋਈ ਰਾਸਤਾ ਤੁਸੀਂ ਘਰ ਵਾਸਤੇ ਲੱਭੇ ਹੈ, ਠੀਕ ਹੈ, ਸ਼ੋਰਟ ਰਸਤਾ ਹੈ, ਘਰ ਤੁਹਾਡੇ ਆਪਣੇ ਟਰੈਵਲ ਦੇ ਦੌਰਾਨ ਤੁਹਾਡੇ ਪਾਸ ਆਪਣੇ ਫਰੈਂਡ ਦਾ ਕੋਈ ਫੋਨ ਆ ਜਾਂਦਾ ਹੈ, ਤੁਸੀਂ ਫੋਨ ਦੇ ਵਿੱਚ ਇੰਨਾ ਮਸਤ ਹੋ ਜਾਂਦੇ ਹੋ ਜਾਂ ਕਹਿ ਸਕਦੇ ਹੋ ਇੱਕ ਗੱਲ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਦੇ ਹੋ, ਤੁਸੀਂ ਆਪਣੇ ਘਰ ਦਾ ਰਾਸਤਾ ਭੁੱਲ ਜਾਂਦੇ ਹੋ। ਕਿਉਂ? ਸਾਡੇ ਵਾਸਤੇ ਪ੍ਰੀ ਕੌਨਸ਼ੀਅਸ ਮਾਈਂਡ 'ਚ ਚੇਂਜ ਹੋ ਜਾਊਗਾ? ਨਹੀਂ। ਜਦੋਂ ਤੁਹਾਨੂੰ ਘਰ ਦਾ ਰਸਤਾ ਪਤਾ ਹੈ, ਠੀਕ ਹੈ, ਇੱਕੋ ਹੀ ਰਸਤੇ ਤੇ ਤੁਸੀਂ ਰੋਜ਼ ਜਾਂਦੇ ਪਏ ਹੋ, ਤਾਂ ਉੱਥੇ ਜਿਹੜਾ ਤੁਹਾਡਾ ਪ੍ਰੀ ਕੌਨਸ਼ੀਅਸ ਮਾਈਂਡ ਹੈ ਉਹ ਕਿਹਦੇ ਵਿੱਚ ਚੇਂਜ ਹੋ ਜਾਊਗਾ? ਕੌਨਸ਼ੀਅਸ ਮਾਈਂਡ ਦੇ ਵਿੱਚ ਚੇਂਜ ਹੋ ਜਾਊਗਾ, ਕਿਉਂਕਿ ਤੁਹਾਨੂੰ ਆਪਣੇ ਘਰ ਦਾ ਰਾਸਤਾ ਪਤਾ ਹੈ ਔਰ ਆਪਣੇ ਤੁਸੀਂ ਫਰੈਂਡ ਦੇ ਨਾਲ ਕੀ ਕਰਦੇ ਪਏ ਹੋ, ਗੱਲ ਵੀ ਕਰਦੇ ਪਏ ਹੋ, ਠੀਕ ਹੈ, ਕਿਉਂਕਿ ਇੱਕੋ ਹੀ ਡਾਇਰੈਕਸ਼ਨ ਹੈ ਘਰ ਨੂੰ ਜਾਣ ਵਾਸਤੇ ਜਿਸ ਰਸਤੇ ਤੁਸੀਂ ਜਾਂਦੇ ਪਏ ਹੋ। ਨੈਕਸਟ ਆਓ, ਲਾਸਟ ਵਨ ਆਦਾ ਤੁਹਾਡੇ ਵਾਸਤੇ ਅਨਕੌਂਸ਼ੀਅਸ ਮਾਈਂਡ। ਥਰਡ ਲੈਵਲ ਹੈ, ਬਹੁਤ ਇੰਪੋਰਟੈਂਟ ਲੈਵਲ ਹੈ। ਹੁਣ ਦੇਖੋ ਇਹਦੇ ਵਿੱਚ ਕੀ ਹੋਊਗਾ ਅਨਕੌਂਸ਼ੀਅਸ ਮਾਈਂਡ ਦੇ ਵਿੱਚ। ਲਾਈਕ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਕੁਝ ਸਾਡੇ ਹਿਡਨ ਇਮੋਸ਼ਨ ਹੁੰਦੇ ਨੇ। ਲਾਈਕ ਧਿਆਨ ਨਾਲ ਸੁਣਿਓ ਮੈਂ ਕੀ ਕਹਿ ਰਿਹਾ। ਹਿਡਨ ਇਮੋਸ਼ਨਸ ਹੁੰਦੇ ਨੇ, ਲਾਈਕ ਹਿਡਨ ਮੈਮਰੀਜ਼ ਹੁੰਦੀਆਂ ਨੇ, ਜਾਂ ਥੋਟ ਹੁੰਦੇ ਨੇ, ਜਾਂ ਡਿਜ਼ਾਇਰ ਹੁੰਦੇ ਨੇ, ਜਾਂ ਈਵਨ ਕਿ ਤੁਹਾਡੇ ਆਪਣੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਸ਼ੇਮਫੁਲ ਮੂਵਮੈਂਟ ਹੁੰਦੀਆਂ ਨੇ, ਅਪਸੈਟ ਮੂਵਮੈਂਟ ਹੁੰਦੀਆਂ ਨੇ, ਇੰਬੈਰਸ ਮੂਵਮੈਂਟ ਹੁੰਦੀਆਂ ਨੇ, ਜਾਂ ਪੇਨਫੁਲ ਮੂਵਮੈਂਟਸ ਹੁੰਦੀਆਂ ਨੇ, ਜੋ ਤੁਹਾਡੇ ਵਾਸਤੇ ਫਿਊਚਰ ਦੇ ਵਿੱਚ ਕਹਿ ਸਕਦੇ ਜਾਂ ਪਾਸਟ ਦੇ ਵਿੱਚ ਅਗਰ ਮੈਂ ਗੱਲ ਕਰਾਂ, ਪਾਸਟ ਵਿੱਚ ਉਹ ਚੀਜ਼ਾਂ ਸਾਡੇ ਵਾਸਤੇ ਅਨਅਸੈਪਟੇਬਲ ਸੀ। ਅਨਅਸੈਪਟੇਬਲ ਦਾ ਮਤਲਬ ਲੋਕਾਂ ਵਾਸਤੇ ਤੁਹਾਨੂੰ ਲੱਗਦਾ ਕਿ ਸ਼ਰਮਿੰਦਗੀ ਹੈ, ਇਹ ਕੰਮ ਕਰਾਂਗੇ ਤੇ ਲੋਕੀ ਸਾਨੂੰ ਫਿਲਹਾਲ ਇਹ ਕਹਿਣਗੇ ਕਿ ਤੁਸੀਂ ਕੰਮ ਠੀਕ ਨਹੀਂ ਕੀਤਾ, ਤੁਸੀਂ ਉਹ ਚੀਜ਼ਾਂ ਨੂੰ ਅਸੈਪਟ ਨਹੀਂ ਕਰ ਪਾਓਗੇ, ਠੀਕ ਹੈ। ਇਹ ਅਨਅਸੈਪਟੇਬਲ ਸੀ ਪਾਸਟ ਦੇ ਵਿੱਚ। ਲੇਕਿਨ ਧਿਆਨ ਰੱਖਣਾ, ਜੋ ਚੀਜ਼ਾਂ ਤੁਹਾਡੇ ਨਾਲ ਪਾਸਟ ਦੇ ਵਿੱਚ ਹੋ ਚੁੱਕੀਆਂ ਨੇ ਉਹ ਚੀਜ਼ਾਂ ਤੁਹਾਡੇ ਆਪਣੇ ਫਿਊਚਰ ਉੱਤੇ ਕੀ ਪਾਉਣਗੀਆਂ, ਇਨਫਲੂਐਂਸ ਪਾਉਣਗੀਆਂ। ਉਹ ਸਾਡੇ ਵਾਸਤੇ ਕੀ ਹੁੰਦਾ, ਅਨਕੌਂਸ਼ੀਅਸ ਮਾਈਂਡ ਹੁੰਦਾ, ਜਿਹਨੂੰ ਤੁਸੀਂ ਪਾਸਟ ਵਿੱਚ ਤਾਂ ਅਸੈਪਟ ਕੀਤਾ ਨਹੀਂ, ਲੇਕਿਨ ਫਿਊਚਰ 'ਚ ਉਹਨੂੰ ਕੀ ਕਰਨਾ ਪਊਗਾ, ਅਸੈਪਟ ਕਰਨਾ ਪਊਗਾ। ਕਿਉਂ? ਕਿਉਂਕਿ ਅਨਕੌਂਸ਼ੀਅਸ ਮਾਈਂਡ ਕੀ ਹੁੰਦਾ, ਕੁਝ ਨਾ ਕੁਝ ਹਿਡਨ ਹੋਣਾ। ਹਿਡਨ ਮਤਲਬ ਹਿਡਨ ਇਮੋਸ਼ਨਸ ਹੋ ਸਕਦੇ ਨੇ, ਡਿਜ਼ਾਇਰ ਹੋ ਸਕਦੀ ਹੈ, ਥੋਟ ਹੋ ਸਕਦੇ ਨੇ, ਜਾਂ ਕੁਝ ਐਸਾ ਗੰਦਾ ਕੰਮ ਜਾਂ ਗਲਤ ਕੰਮ ਜੋ ਤੁਹਾਨੇ ਪਾਸਟ ਦੇ ਵਿੱਚ ਕੀਤਾ ਸੀਗਾ ਜਿਹਨੂੰ ਤੁਸੀਂ ਅਸੈਪਟ ਵੀ ਨਹੀਂ ਕੀਤਾ, ਅਨਅਸੈਪਟੇਬਲ ਹੈ, ਤਾਂ ਉਹਦਾ ਜਿਹੜਾ ਇਨਫਲੂਐਂਸ ਹੈ ਜਾਂ ਜਿਹੜੀ ਉਹਦੀ ਐਕਟੀਵਿਟੀ ਹੈ ਉਹ ਤੁਹਾਡੇ ਆਪਣੇ ਫਿਊਚਰ ਉੱਤੇ ਪਾਊਗੀ, ਪ੍ਰਭਾਵ ਉਹਦਾ ਪਊਗਾ ਹੀ ਪਊਗਾ। ਤਾਂ ਉਹਨੂੰ ਅਸੀਂ ਕੀ ਬੋਲਾਂਗੇ, ਅਨਕੌਂਸ਼ੀਅਸ ਮਾਈਂਡ ਬੋਲਾਂਗੇ। ਕਿਉਂ? ਕਿਉਂਕਿ ਕੁਝ ਚੀਜ਼ਾਂ ਤੁਹਾਨੂੰ ਅਣਜਾਣੇ 'ਚ ਕੀਤੀਆਂ ਨੇ, ਉਸ ਟਾਈਮ ਜਿਹੜਾ ਦਿਮਾਗ ਸੀਗਾ ਸੈਟਅਪ ਨਹੀਂ ਸੀਗਾ ਚੰਗੇ ਤਰੀਕੇ ਦੇ ਨਾਲ, ਇਸ ਕਰਕੇ ਕੁਝ ਐਸੀ ਸ਼ੇਮਫੁਲ ਮੂਵਮੈਂਟ ਅਸੀਂ ਕਰ ਪਾਏ ਜਿਹਨੂੰ ਅਸੀਂ ਅਸੈਪਟ ਨਹੀਂ ਕਰ ਪਾਏ ਪਾਸਟ ਦੇ ਵਿੱਚ, ਲੇਕਿਨ ਉਹਦਾ ਪ੍ਰਭਾਵ ਫਿਊਚਰ 'ਚ ਪਊਗਾ ਹੀ ਪਊਗਾ। ਤਾਂ ਸੈਗਮੈਂਟ ਫਰੌਡ ਨੇ ਇਹਨਾਂ ਮਾਈਂਡਸ ਦੀ ਗੱਲ ਕੀਤੀ ਸੀ। ਤਿੰਨ ਮਾਈਂਡਸ ਨੇ, ਕੌਂਸ਼ੀਅਸ ਮਾਈਂਡ, ਪ੍ਰੀ ਕੌਂਸ਼ੀਅਸ ਮਾਈਂਡ, ਅਨਕੌਂਸ਼ੀਅਸ ਮਾਈਂਡ। ਹੁਣ ਅਗਰ ਤੁਸੀਂ ਦੇਖਦੇ ਵੀ ਹੋ, ਇੱਕ ਜਿਹੜੀ ਆਈਸਬਰਗ ਮੈਟਾਫਰ ਹੈ ਉਹ ਵੀ ਤਿੰਨ ਤਰੀਕੇ ਦੇ ਨਾਲ ਹੈ। ਕੁਝ ਚੀਜ਼ਾਂ ਤੁਹਾਨੂੰ ਪਾਣੀ ਦੇ ਉੱਪਰ ਦਿਖਾਈ ਦੇ ਰਹੀ ਹੈ, ਕੁਝ ਚੀਜ਼ ਤੁਹਾਨੂੰ ਆਪਣੀ ਪਾਣੀ ਦੇ ਅੰਦਰ ਦਿਖਾਈ ਦੇ ਰਹੀ ਹੈ, ਔਰ ਕੁਝ ਚੀਜ਼ਾਂ ਐਸੀਆਂ ਨੇ ਜੋ ਪਾਣੀ ਦੇ ਬਿਲਕੁਲ ਅੰਦਰ ਛਿਪ ਚੁੱਕੀਆਂ ਨੇ, ਠੀਕ ਹੈ, ਤੇ ਛਿਪ ਚੁੱਕੀਆਂ ਨੇ। ਤਾਂ ਦੇਖਿਆ ਜਾਵੇ ਤਾਂ ਹਿਊਮਨ ਮਾਈਂਡ ਵੀ ਇਸ ਤਰ੍ਹਾਂ ਦੀ ਹੈ। ਹਿਊਮਨ ਮਾਈਂਡ ਕਿਸ ਤਰ੍ਹਾਂ ਦਾ, ਇਸ ਤਰ੍ਹਾਂ ਦੀ ਹੈ। ਹਿਊਮਨ ਮਾਈਂਡ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਨੇ ਜੋ ਲੋਕਾਂ ਨੂੰ ਦਿਖਾਊਗਾ, ਲਾਈਕ ਜਿਵੇਂ ਬਰਫ਼ ਹੈ ਉੱਪਰ ਦਿਖ ਰਹੀ ਹੈ ਤਾਂ ਸੁਸਾਇਟੀ ਨੂੰ ਦਿਖਾਊਗਾ, ਠੀਕ ਹੈ। ਕੁਝ ਚੀਜ਼ਾਂ ਐਸੀ ਹੁੰਦੀਆਂ ਨੇ ਜੋ ਜਿਵੇਂ ਪਾਣੀ ਦੇ ਅੰਦਰ ਕੁਝ ਨਹੀਂ ਦਿਖਾਈ ਦੇ ਰਿਹਾ ਹੈ ਨਾ, ਉਵੇਂ ਕੁਝ ਚੀਜ਼ਾਂ ਐਸੀਆਂ ਨੇ ਉਹ ਬੰਦਾ ਆਪਣੇ ਅੰਦਰ ਕੀ ਕਰ ਲੈਂਦਾ, ਪਿਊਰਿਟ ਕਰ ਲੈਂਦਾ, ਦਫਲਾ ਲੈਂਦਾ ਔਰ ਸਮਾਜ ਨੂੰ ਦਿਖਾਉਂਦਾ। ਕਿਉਂ ਨਹੀਂ ਦਿਖਾਉਂਦਾ? ਕਿਉਂਕਿ ਜਾਂ ਤਾਂ ਉਹਦਾ ਮਾਈਂਡ ਸਾਡੇ ਵਾਸਤੇ ਕੀ ਹੈ, ਪ੍ਰੀ ਕੌਂਸ਼ੀਅਸ ਹੈ, ਜਾਂ ਸਾਡੇ ਵਾਸਤੇ ਕੀ ਹੈ, ਅਨਕੌਂਸ਼ੀਅਸ ਹੈ। ਕਿਉਂਕਿ ਕੁਝ ਐਸੀ ਚੀਜ਼ਾਂ ਬੰਦੇ ਨੇ ਕੀਤੀ ਹੁੰਦੀਆਂ ਨੇ ਪਾਸਟ ਦੇ ਵਿੱਚ ਜੋ ਅੱਗੇ ਸਮਾਜ ਨੂੰ ਅਗਰ ਦਿਖਾਵਾਂਗੇ ਤਾਂ ਸਮਾਜ ਉਸ ਨੂੰ ਗਲਤ ਸਮਝੂਗਾ। ਤੇ ਐਵੇਂ ਇੱਕ ਹਿਊਮਨ ਮਾਈਂਡ ਹੈ, ਜਿਵੇਂ ਆਈਸਬਰਗ ਦਿਖਾਈ ਦੇ ਰਹੀ ਹੈ, ਬਰਫ਼ ਦਿਖਾਈ ਦੇ ਰਹੀ ਹੋਊਗੀ, ਜੋ ਲੈਵਲ ਤੁਹਾਨੂੰ ਪਾਣੀ ਦੇ ਉੱਪਰ ਦਿਖਾਈ ਦੇ ਰਿਹਾ ਹੈ ਉਹ ਸਭ ਨੂੰ ਦਿਖਾਈ ਦੇ ਰਿਹਾ ਹੈ, ਜੋ ਪਾਣੀ ਦੇ ਨੀਚੇ ਆ ਕਿਸੇ ਨੂੰ ਵੀ ਦਿਖਾਈ ਨਹੀਂ ਦੇ ਰਿਹਾ। ਮਤਲਬ ਹਿਊਮਨ ਮਾਈਂਡ ਵੀ ਇਸ ਤਰ੍ਹਾਂ ਦਾ ਹੀ ਹੈ, ਜੋ ਚੀਜ਼ਾਂ ਸੰਸਾਰ ਨੂੰ ਦਿਖ ਰਹੀਆਂ ਨੇ ਉਹ ਕੁਝ ਹਿੱਸਾ ਹੀ ਦਿਖ ਰਿਹਾ ਹੈ, ਲੇਕਿਨ ਜੋ ਪਾਣੀ ਦੇ ਨੀਚੇ ਹੈ, ਜੋ ਬੰਦੇ ਨੂੰ ਨਹੀਂ ਦਿਖਾਈ, ਜੋ ਬੰਦੇ ਨੇ ਨਹੀਂ ਦਿਖਾਈਆਂ, ਓਬਵੀਅਸ ਉਹ ਬੰਦੇ ਨੂੰ ਹੀ ਪਤਾ ਨੇ, ਨਾ ਕਿ ਕਿਸੇ ਹੋਰ ਨੂੰ ਪਤਾ ਨੇ। ਤਾਂ ਮਾਈਂਡ ਦੀ ਗੱਲ ਕੀਤੀ ਸੀ ਕਿੰਨਾ ਨੇ, ਸੈਗਮੈਂਟ ਫਰੌਡ ਨੇ। ਤਾਂ ਸਾਡੇ ਵਾਸਤੇ ਕਿਹੜੀਆਂ ਨੇ, ਇੱਕ ਕੌਂਸ਼ੀਅਸ ਮਾਈਂਡ, ਇੱਕ ਪ੍ਰੀ ਕੌਂਸ਼ੀਅਸ ਮਾਈਂਡ, ਸਾਡੇ ਵਾਸਤੇ ਦੂਜੀ ਆ ਜੂਗੀ ਅਨਕੌਂਸ਼ੀਅਸ ਮਾਈਂਡ। ਇਹ ਟਰਮਸ ਯੂਜ਼ ਕੀਤੀਆਂ ਸੀ ਕਿੰਨਾ ਨੇ, ਸੈਗਮੈਂਟ ਫਰੌਡ ਨੇ। ਨੈਕਸਟ ਆਓ, ਟਰਮਸ ਤੋਂ ਹਟ ਕੇ ਮੈਂ ਗੱਲ ਕਰੂੰਗਾ ਇਸ ਚੀਜ਼ ਵਿੱਚ। ਉਹਨਾਂ ਨੇ 5 ਸਟੇਜਿਸ ਦੀ ਗੱਲ ਤਾਂ ਕੀਤੀਆਂ ਸੀ, ਠੀਕ ਹੈ। ਇਨ ਐਡੀਸ਼ਨ ਟੂ ਦ 5 ਸਟੇਜਿਸ ਉਹਨਾਂ ਨੇ 5 ਸਟੇਜਿਸ ਦੀ ਗੱਲ ਤਾਂ ਕੀਤੀਆਂ ਸੀ, ਲੇਕਿਨ ਉਸ ਤੋਂ ਬਾਅਦ ਫਰੂਡ ਨੇ 2 ਚੀਜ਼ਾਂ ਦੀ ਗੱਲ ਕੀਤੀ ਸੀ। ਕੌਂਸ਼ੀਅਸ ਡਿਜ਼ਾਇਰ ਕੀ ਹੁੰਦੀ ਹੈ, ਅਨਕੌਂਸ਼ੀਅਸ ਡਿਜ਼ਾਇਰ ਕੀ ਹੁੰਦੀ ਹੈ। ਇਹਦੇ ਵਿੱਚ ਉਹਨਾਂ ਨੇ 3 ਚੀਜ਼ਾਂ ਦੀ ਗੱਲ ਕੀਤੀ। ਪਹਿਲੀ ਗੱਲ ਕੀਤੀ ਸੀ ਇਦ ਦੀ, ਦੂਸਰੀ ਗੱਲ ਕੀਤੀ ਸੀ ਉਹਨਾਂ ਨੇ ਈਗੋ ਦੀ, ਔਰ ਤੀਸਰੀ ਗੱਲ ਕੀਤੀ ਸੀ ਉਹਨਾਂ ਨੇ ਸੁਪਰ ਈਗੋ ਦੀ। ਹੁਣ ਇਦ ਕੀ ਹੁੰਦਾ ਹੈ,
ਈਗੋ ਕੀ ਹੁੰਦੀ ਹੈ, ਸੁਪਰ ਈਗੋ ਕੀ ਹੁੰਦੀ ਹੈ, ਆਪਾਂ ਉਸ ਚੀਜ਼ ਦੀ ਗੱਲ ਕਰਾਂਗੇ ਫਿਲਹਾਲ। ਦੇਖੋ ਹੁਣ ਅੱਗੇ ਕਹਿੰਦਾ ਕਿ ਫਸਟ ਆਉਂਦੀ ਚੀਜ਼ ਇਹਦੇ ਵਿੱਚ ਇਦ। ਹਿੱਤ ਦਾ ਮਤਲਬ ਕੀ ਹੈ, ਪਹਿਲੀ ਗੱਲ ਤਾਂ ਡੈਫੀਨੇਸ਼ਨ ਪੜਾਂਗੇ। ਇੱਕ ਤਰ੍ਹਾਂ ਦਾ ਐਕਸਪੈਕਟ, ਲਾਈਕ ਸਾਡੀ ਆਪਣੀ ਬਾਇਓਲੋਜੀ ਦੇ ਵਿੱਚ ਵਰਡ ਪਾਇਆ ਜਾਂਦਾ ਹੈ, ਵੇਅਰ ਦਾ ਇੰਪਲਸਿਵ ਪਾਰਟ ਆਫ ਅਸ ਹੈਜ਼ ਡਿਜ਼ਾਇਰ ਐਂਡ ਵਿਲ ਡੂ ਐਨੀਥਿੰਗ ਟੂ ਫੁਲਫਿਲ ਦੈਮ। ਹੁਣ ਪੰਜਾਬੀ ਦੇਖੋ ਕੀ ਕਹਿੰਦੀ ਹੈ, ਕਹਿੰਦਾ ਇੱਕ ਐਸੀ ਚੀਜ਼ ਜਿਹਨੂੰ ਅਸੀਂ ਹੋਣੀ ਚਾਹੁੰਦੇ ਆ ਔਰ ਉਹੀ ਚੀਜ਼ ਹੋਣੀ ਕੀ ਹੋ ਜੇ, ਫੁਲਫਿਲ ਹੋ ਜੇ। ਲਾਈਕ ਅਗਰ ਦੇਖਿਆ ਜਾਵੇ ਤੇ ਇਹਦੇ ਵਿੱਚ ਮੈਂ ਇੱਕ ਗੱਲ ਕਰੂੰਗਾ ਈਦ ਨੂੰ ਲੈ ਕੇ। ਈਦ ਦਾ ਮਤਲਬ ਕੀ ਹੁੰਦਾ ਹੈ, ਇਹ ਜਿਹੜੀ ਈਦ ਹੁੰਦੀ ਹੈ ਇੱਕ ਤਰ੍ਹਾਂ ਦਾ ਸਾਡੇ ਵਾਸਤੇ ਕੀ ਹੁੰਦੀ ਹੈ, ਅਗਰੈਸਿਵ ਹੁੰਦੀ ਹੈ। ਧਿਆਨ ਰੱਖਿਓ, ਹਮੇਸ਼ਾ ਕੀ ਹੁੰਦੀ ਹੈ, ਅਗਰੈਸਿਵ ਹੁੰਦੀ ਹੈ ਜਾਂ ਸਟਬਨ ਹੁੰਦੀ ਹੈ। ਸਟਬਨ ਮਤਲਬ ਜਿੱਦੀ ਹੁੰਦੀ ਹੈ ਇੱਕ ਤਰ੍ਹਾਂ ਦੀ। ਜੋ ਚੀਜ਼ ਉਹਨੇ ਹੁਣ ਮੰਗੀ ਹੈ ਉਹ ਚੀਜ਼ ਹੁਣੇ ਕੀ ਹੋਣੀ ਚਾਹੀਦੀ ਹੈ, ਫੁਲਫਿਲ ਹੋਣੀ ਚਾਹੀਦੀ ਹੈ। ਮਤਲਬ ਬੱਚੇ ਜੋ ਬੇਸਿਕ ਨੀਡਸ ਹੋਣਗੀਆਂ ਜਾਂ ਸਾਡੀ ਜੋ ਬੇਸਿਕ ਨੀਡਸ ਹੋਣਗੀਆਂ ਉਹ ਹੁਣੀ ਫੁਲਫਿਲ ਹੋਣੀ ਚਾਹੀਦੀ ਹੈ। ਉਹਦਾ ਰਿਸਪੌਂਸ ਸਾਨੂੰ ਹੁਣੀ ਮਿਲਣਾ ਜ਼ਰੂਰੀ ਹੈ। ਮਤਲਬ ਬੱਚਾ ਇੱਥੇ ਇਮੀਡੀਏਟਲੀ ਕੀ ਹੋਣਾ ਚਾਹੁੰਦਾ, ਸੈਟਿਸਫਾਈ ਹੋਣਾ ਜ਼ਰੂਰੀ ਹੈ, ਉਹ ਇੱਦ ਕਹਿੰਦਾ ਹੈ। ਐਗਜ਼ਾਮਪਲ ਸੁਣ ਲਓ, ਐਗਜ਼ਾਮਪਲ ਕੀ ਹੋ ਸਕਦੀ ਹੈ, ਲਾਈਕ ਇੱਕ ਨਿਊ ਬੋਰਨ ਬੇਬੀ ਹੈ, ਤੁਹਾਨੂੰ ਉਹਦੀ ਨਿਊ ਬੋਰਨ ਬੇਬੀ ਦੀ ਪਰਸਨੈਲਿਟੀ ਦੇਖੀ ਹੋਏਗੀ, ਜੋ ਸਾਰੀ ਟਾਈਮ ਕੀ ਹੁੰਦਾ ਹੈ, ਰੋਂਦਾ ਰਹਿੰਦਾ ਹੈ। ਤਾਂ ਉਹਦੇ ਵਾਸਤੇ ਇੱਦ ਕੀ ਹੋ ਸਕਦੀ ਹੈ, ਉਹ ਕੀ ਮੰਗਦਾ ਹੈ, ਓਬਵੀਅਸ ਉਹ ਮਿਲਕ ਮੰਗ ਰਿਹਾ ਹੈ। ਤਾਂ ਅਗਰ ਉੱਥੇ ਮਿਲਕ ਬੱਚੇ ਨੂੰ ਨਾਲ ਦੀ ਨਾਲ ਦਿੱਤਾ ਜਾਊਗਾ ਤਾਂ ਓਬਵੀਅਸ ਉੱਥੇ ਬੱਚੇ ਦੀ ਜਿਹੜੀ ਕੋਈ ਵੀ ਡਿਜ਼ਾਇਰ ਹੈ ਉਹ ਫੁਲਫਿਲ ਹੋ ਜੂਗੀ। ਠੀਕ ਹੈ, ਅਗਰ ਤੁਸੀਂ ਉਹਨੂੰ ਰਿਸਪੌਂਡ ਨਹੀਂ ਕਰਦੇ ਹੋ, ਮਿਲਕ ਨਹੀਂ ਦਿੰਦੇ ਹੋ, ਤਾਂ ਉਹ ਗੱਲ ਹੈਗੀ ਹੈ ਕਿ ਬੱਚਾ ਉੱਥੇ ਐਡਜਸਟਮੈਂਟ ਨਹੀਂ ਕਰੂਗਾ। ਬੱਚੇ ਨੂੰ ਅਗਰ ਮਿਲਕ ਚਾਹੀਦਾ ਤਾਂ ਬੱਚੇ ਨੂੰ ਮਿਲਕ ਹੀ ਚਾਹੀਦਾ, ਉੱਥੇ ਬੱਚਾ ਈਵਨ ਇਹ ਵੀ ਨਹੀਂ ਸੋਚ ਸਕਦਾ ਕਿ ਮਿਲਕ ਦੀ ਜਗ੍ਹਾ ਤੇ ਮੈਂ ਕੁਝ ਹੋਰ ਲੈ ਲਾਂ। ਤਾਂ ਓਬਵੀਅਸ ਇੱਥੇ ਜਿਹੜੀ ਇੱਦ ਹੋਏਗੀ ਉਹ ਕੀ ਹੋਏਗੀ, ਅਗਰੈਸਿਵ ਹੋਏਗੀ, ਸਟਬਨ ਹੋਏਗੀ, ਇਮੀਡੀਏਟਲੀ ਸੈਟਿਸਫਾਈ ਮੰਗੂਗਾ ਜਾਂ ਇਮੀਡੀਏਟਲੀ ਸੈਟਿਸਫੈਕਸ਼ਨ ਮੰਗਦਾ ਜਾਂ ਇਮੀਡੀਏਟਲੀ ਕੀ ਮੰਗੂਗਾ, ਰਿਸਪੌਂਡ ਮੰਗੂਗਾ। ਉੱਥੇ ਗੱਲ ਹੋਊਗੀ ਕਿ ਬੱਚੇ ਦੀ ਇੱਦ ਪੂਰੀ ਹੋਣੀ ਵੀ ਚਾਹੀਦੀ ਹੈ, ਬੱਚੇ ਦੀ ਕੰਡੀਸ਼ਨ ਤੁਸੀਂ ਪੂਰੀ ਵੀ ਕਰੋਗੇ। ਅਗਰ ਬੱਚੇ ਨਿਊ ਬੋਰਨ ਬੇਬੀ ਨੂੰ ਮਿਲਕ ਨਾ ਦਿੱਤਾ ਗਿਆ ਤਾਂ ਓਬਵੀਅਸ ਰੋਏਗਾ ਹੀ ਰਹੇਗਾ, ਜਾਂ ਈਵਨ ਕਿ ਕਹਿ ਸਕਦਾ ਕਿ ਬੱਚਾ ਤੇ ਸਟਬਨ ਹੋ ਜਾਊਗਾ ਜਾਂ ਜਿੱਦੀ ਹੋ ਜਾਊਗਾ ਜਾਂ ਬੱਚਾ ਨਹੀਂ ਰਹਿ ਪਾਊਗਾ। ਤਾਂ ਓਬਵੀਅਸ ਉੱਥੇ ਮਦਰ ਮਿਲਕ ਜਾਂ ਪੇਰੈਂਟਸ ਜਿਹੜੇ ਵੀ ਹੋਣਗੇ, ਕੇਅਰ ਟੇਕਰ ਜਿਹੜੇ ਹੋਣਗੇ, ਉਹਦੀ ਡਿਜ਼ਾਇਰ ਨੂੰ ਕੀ ਕਰਨਗੇ, ਫੁਲਫਿਲ ਕਰਨਗੇ। ਇੱਦ ਹਮੇਸ਼ਾ ਧਿਆਨ ਰੱਖਿਓ ਅਗਰੈਸਿਵ ਹੁੰਦੀ ਹੈ ਔਰ ਸਟਬਨ ਹੁੰਦੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਫਿਲਹਾਲ ਕਿ ਇਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਇਹਦੇ ਵਿੱਚ ਜਿਹੜਾ ਕੰਮ ਹੋਏਗਾ ਇੱਦ ਦਾ, ਉਹ ਕਾਹਦਾ ਕੰਮ ਹੋਏਗਾ, ਉਹ ਪਲੇਜ਼ਰ ਪ੍ਰਿੰਸੀਪਲ ਉੱਤੇ ਕੰਮ ਕਰਦੀ ਹੈ। ਧਿਆਨ ਰੱਖਿਓ ਕਿਹਦੇ ਉੱਤੇ ਕੰਮ ਕਰਦੀ ਹੈ, ਉਹ ਪਲੇਜ਼ਰ ਪ੍ਰਿੰਸੀਪਲ ਉੱਤੇ ਕੰਮ ਕਰੂਗੀ। ਜਿੰਨੀ ਖੁਸ਼ੀ ਦਿੱਤੀ ਜਾਊਗੀ ਜਾਂ ਬੱਚੇ ਨੂੰ ਜਿਹਦੀ ਇੱਛਾ ਪੂਰੀ ਕਰਦੇ ਜਾਓਗੇ, ਉਹ ਬੱਚਾ ਓਨੀ ਹੀ ਆਪਣੀ ਡਿਜ਼ਾਇਰ ਨੂੰ ਕੀ ਕਰਦਾ ਜਾਊਗਾ, ਫੁਲਫਿਲ ਕਰਦਾ ਜਾਊਗਾ। ਇਹ ਇੱਦ ਕਹਿੰਦੀ ਹੈ। ਤਾਂ ਧਿਆਨ ਰੱਖਿਓ ਇਸ ਟਰਮ ਨੂੰ। ਇੱਥੇ ਜਿਹੜੀ ਤੁਹਾਡੀ ਆਪਣੀ ਬੱਚੇ ਦੀ ਬੇਸਿਕ ਨੀਡਸ ਨੇ ਉਹਨੂੰ ਕੀ ਕਰਨੀ ਪੈਣਗੀਆਂ, ਫੁਲਫਿਲ ਕਰਨੀ ਪੈਣਗੀਆਂ। ਠੀਕ ਹੈ, ਨੈਕਸਟ ਟਰਮ ਆਉਂਦੇ ਤੁਹਾਡੇ ਵਾਸਤੇ ਇਹਦੇ ਵਿੱਚ ਈਗੋ ਦੀ। ਇੱਕ ਲਾਈਨ ਲਿਖੀ ਵੀ ਹੈ, ਜਿਹੜੀ ਈਗੋ ਹੈ ਉਹ ਇੱਕ ਮੈਡੀਏਟਰ ਦਾ ਕੰਮ ਕਰਦੀ ਹੈ, ਵਿਚੋਲੇ ਦਾ ਕੰਮ ਕਰਦੀ ਹੈ। ਕਿੰਨਾ ਵਿਚਕਾਰ, ਇੱਦ ਦੇ ਵਿਚਕਾਰ, ਉਹ ਦੂਸਰੀ ਤੁਹਾਡਾ ਆਪਣਾ ਸੁਪਰ ਈਗੋ ਦੇ ਵਿਚਕਾਰ। ਮਤਲਬ ਇਹਦਾ ਕੰਮ ਇਹ ਤਾਂ ਹੋਏਗਾ, ਕੀ ਹੋਏਗਾ, ਸਮਥਿੰਗ ਇਹਦੇ ਵਿੱਚ ਜਿਹੜਾ ਇੱਦ ਤਾਂ ਚੰਗੇ ਤਰੀਕੇ ਨਾਲ ਸੈਟਿਸਫਾਈ ਕੀਤੀ ਜਾਊਗੀ ਈਗੋ ਦੇ ਵਿੱਚ। ਈਗੋ ਦੇ ਵਿੱਚ ਇਹ ਥੋੜੀ ਇੱਦ ਤਾਂ ਸੈਟਿਸਫਾਈ ਕੀਤੀ ਜਾਊਗੀ, ਔਰ ਲੇਕਿਨ ਸੈਟਿਸਫਾਈ ਇਸ ਤਰ੍ਹਾਂ ਕੀਤੀ ਜਾਊਗੀ ਤਾਂ ਕਿ ਉਹਦਾ ਕੋਈ ਨੈਗੇਟਿਵ ਆਊਟਕਮ ਨਾ ਨਿਕਲੇ। ਕੀ ਨਾ ਨਿਕਲੇ, ਨੈਗੇਟਿਵ ਆਊਟਕਮ ਨਾ ਨਿਕਲੇ। ਤੁਸੀਂ ਹੁਣੀ ਪੜ੍ਹ ਕੇ ਆਏ ਹੋ ਫਿਲਹਾਲ ਕਿ ਜਿਹੜੀ ਤੁਹਾਡੇ ਵਾਸਤੇ ਈਗੋ ਹੁੰਦੀ ਹੈ ਵੀ ਈਗੋ ਮੈਡੀਏਟਰ ਦਾ ਕੰਮ ਕਰਦੀ ਹੈ, ਕਿਹਦੇ ਵਿਚਕਾਰ, ਤੁਹਾਡੀ ਆਪਣੀ ਇੱਦ ਔਰ ਸੁਪਰ ਈਗੋ ਦੇ ਵਿਚਕਾਰ। ਧਿਆਨ ਰੱਖਿਓ ਇੱਦ ਸੈਟਿਸਫਾਈ ਕੀਤੀ ਜਾਊਗੀ ਈਗੋ ਦੇ ਵਿੱਚ, ਲੇਕਿਨ ਇਸ ਤਰੀਕੇ ਦੇ ਨਾਲ ਸੈਟਿਸਫਾਈ ਕੀਤੀ ਜਾਊਗੀ ਤਾਂ ਕਿ ਉਹਦਾ ਕੋਈ ਨੈਗੇਟਿਵ ਆਊਟਕਮ ਨਾ ਨਿਕਲੇ। ਠੀਕ ਹੈ, ਹੁਣ ਦੇਖੋ ਡੈਫੀਨੇਸ਼ਨ ਪੜੋ ਕੀ ਕਹਿੰਦੀ ਹੈ, ਦ ਈਗੋ ਯੂਜ਼ ਅ ਰੀਜ਼ਨ ਟੂ ਕੁਆਇਲ ਡਿਜ਼ਾਇਰ ਐਂਡ ਫਿਟ ਇਨਟੂ ਦ ਸੁਸਾਇਟੀ। ਜਿਹੜੀ ਤੁਹਾਡੇ ਵਾਸਤੇ ਈਗੋ ਹੁੰਦੀ ਹੈ, ਇਸ 'ਚ ਡਿਜ਼ਾਇਰ ਨੂੰ ਕੀ ਕੀਤਾ ਜਾਂਦਾ, ਪੂਰਾ ਤੇ ਕੀਤਾ ਜਾਂਦਾ ਹੈ। ਠੀਕ ਹੈ, ਪੂਰਾ ਤੇ ਕੀਤਾ ਜਾਊਗਾ, ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾਊਗੀ, ਲੇਕਿਨ ਇਹਦੇ ਵਿੱਚ ਮੋਸਟਲੀ ਕੀ ਦੇਖਿਆ ਜਾਊਗਾ, ਸੁਸਾਇਟੀ ਵੀ ਦੇਖੀ ਜਾਊਗੀ ਵੀ ਅਗਰ ਅਸੀਂ ਉਹ ਕੰਮ ਕਰਾਂਗੇ ਤਾਂ ਸਾਡੀ ਇੱਦ ਤਾਂ ਪੂਰੀ ਹੋ ਜਾਊਗੀ, ਲੇਕਿਨ ਉਹ ਚੀਜ਼ਾਂ ਸੁਸਾਇਟੀ ਵਾਸਤੇ ਸਹੀ ਰਹਿਣਗੀਆਂ ਕਿ ਨਹੀਂ ਰਹਿਣਗੀਆਂ। ਹੁਣ ਧਿਆਨ ਰੱਖਿਓ ਜਿੱਥੇ ਡਿਜ਼ਾਇਰ ਨੂੰ ਪੂਰਾ ਕੀਤਾ ਜਾਊਗਾ ਉਹ ਸਾਡੇ ਵਾਸਤੇ ਇੱਦ ਬਣ ਜੂ, ਲੇਕਿਨ ਅਗਰ ਅਸੀਂ ਸੁਸਾਇਟੀ ਨੂੰ ਦੇਖਾਂਗੇ ਤਾਂ ਉਹ ਸਾਡੇ ਵਾਸਤੇ ਕੀ ਬਣ ਜੂਗੀ, ਸੁਪਰ ਈਗੋ ਬਣ ਜੂਗੀ। ਹੁਣ ਈਗੋ ਕੀ ਹੈ, ਈਗੋ ਓਬਵੀਅਸ ਦੋਨਾਂ ਵਿਚਕਾਰ ਕੰਮ ਕਰਦੀ ਹੈ, ਇੱਦ ਦੇ ਵਿਚਕਾਰ ਵੀ, ਇਹ ਤੁਹਾਡੇ ਆਪਣੇ ਸੁਪਰ ਈਗੋ ਦੇ ਵਿਚਕਾਰ ਵੀ। ਸੁਪਰ ਈਗੋ ਕੀ ਦੇਖੂਗੀ, ਸੁਸਾਇਟੀ ਦੇ ਨੋਰਮਸ ਦੇਖਦੀ ਹੈ, ਰੂਲ ਔਰ ਰੈਗੂਲੇਸ਼ਨ ਦੇਖਦੀ ਹੈ, ਔਰ ਲੇਕਿਨ ਜਿਹੜੀ ਤੁਹਾਡੇ ਵਾਸਤੇ ਇੱਦ ਹੈ ਉਹ ਇੱਦ ਸਿਰਫ ਆਪਣੇ ਆਪ ਨੂੰ ਦੇਖੂਗੀ, ਉਹ ਸੁਸਾਇਟੀ ਨੂੰ ਦੇਖਦੀ। ਤਾਂ ਈਗੋ ਕੀ ਕਹਿੰਦੀ ਹੈ, ਈਗੋ ਕਹਿੰਦੀ ਕੰਪਰੋਮਾਈਜ਼ ਕਰ ਲਓ,
ਈਗੋ ਕਿਹਦੇ ਵਿਚਕਾਰ, ਇਦ ਔਰ ਸੁਪਰ ਈਗੋ ਦੇ ਵਿਚਕਾਰ। ਈਗੋ ਕੀ ਕਹਿੰਦੀ ਹੈ, ਕੰਪਰੋਮਾਈਜ਼ ਕਰ ਲਓ ਜਾਂ ਫਿਊਚਰ ਤੱਕ ਇਹਨੂੰ ਕੀ ਕਰ ਦਿਓ, ਪੋਸਟਪੋਨ ਕਰ ਦਿਓ ਵੀ ਅਗਰ ਇਹ ਚੀਜ਼ਾਂ ਤੁਹਾਡੇ ਵਾਸਤੇ ਸਹੀ ਨੇ ਕੀ ਪਤਾ ਸੋਸਾਇਟੀ ਵਾਸਤੇ ਸਹੀ ਨਾ ਹੋਣ, ਜੇ ਸੋਸਾਇਟੀ ਵਾਸਤੇ ਸਹੀ ਨੇ ਕੀ ਪਤਾ ਫਿਰ ਉੱਥੇ ਇੱਦ ਖਰਾਬ ਹੋ ਸਕਦੀ ਹੈ, ਮਤਲਬ ਉੱਥੇ ਡਿਜ਼ਾਇਰ ਫੁੱਲਫਿਲ ਨਹੀਂ ਹੋਏਗੀ। ਤੇ ਧਿਆਨ ਰੱਖਿਓ ਇੱਦ ਦੇ ਵਿੱਚ ਅਸੀਂ ਆਪਣੀ ਸੈਲਫ ਡਿਜ਼ਾਇਰ ਨੂੰ ਕੰਪਲੀਟ ਕਰਦੇ ਹਾਂ, ਲੇਕਿਨ ਸੁਪਰ ਈਗੋ ਦੇ ਵਿੱਚ ਅਸੀਂ ਸੋਸਾਇਟੀ ਨੂੰ ਦੇਖਦੇ ਹਾਂ। ਔਰ ਜਿਹੜੀ ਈਗੋ ਹੁੰਦੀ ਹੈ ਉਹ ਦੋਨਾਂ ਦੇ ਵਿਚਕਾਰ ਕੰਮ ਕਰੂਗੀ, ਉਹ ਕਹੂਗੀ ਡਿਜ਼ਾਇਰ ਵੀ ਫੁੱਲਫਿਲ ਹੋ ਜੇ, ਉਹ ਸੋਸਾਇਟੀ ਵਾਸਤੇ ਵੀ ਉਹ ਚੀਜ਼ ਕੀ ਹੋ ਜੇ, ਫਿੱਟ ਹੋ ਜੇ। ਤਾਂ ਇਹ ਈਗੋ ਦਾ ਕੰਮ ਹੈ। ਨੈਕਸਟ ਆਓ ਸੁਪਰ ਈਗੋ ਦੀ ਗੱਲ ਕਰੀਏ। ਹੁਣ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ ਸੁਪਰ ਈਗੋ ਕੀ ਹੁੰਦੀ ਹੈ। ਸੁਪਰ ਈਗੋ ਜਿਹੜੀ ਕੰਮ ਕਰਦੀ ਹੈ ਉਹ ਕਿਹਦੇ ਤੇ ਕੰਮ ਕਰਦੀ ਹੈ, ਇੱਦ ਮਤਲਬ ਕੇਅਰ ਟੇਕਰ ਜਦੋਂ ਦੇ ਪੇਰੈਂਟਸ ਨੇ, ਜਾਂ ਇੱਕ ਸੋਸਾਇਟੀ ਜਿਹੜੀ ਮੋਰਲ ਵੈਲਿਊਜ਼ ਨੇ ਜਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਰੂਲ ਔਰ ਰੈਗੂਲੇਸ਼ਨਸ ਨੇ ਉਹਦੇ ਤੇ ਕੰਮ ਕਰੂਗੀ। ਮਤਲਬ ਜਿਹੜੀ ਤੁਹਾਡੀ ਸੁਪਰ ਈਗੋ ਹੁੰਦੀ ਹੈ ਉਹ ਕੀ ਦੱਸਦੀ ਹੈ ਵੀ ਇੱਦ ਉੱਤੇ ਕਿਸ ਤਰ੍ਹਾਂ ਦਾ ਕੰਟਰੋਲ ਕੀਤਾ ਜਾਊਗਾ, ਸੁਪਰ ਈਗੋ ਇਹ ਕਹਿੰਦੀ ਹੈ। ਲੇਕਿਨ ਜਿਹੜੀ ਈਗੋ ਹੋਊਗੀ ਉਹ ਬ੍ਰੋਕਰ ਦਾ ਕੰਮ ਕਰਦੀ ਹੈ। ਠੀਕ ਹੈ, ਲਾਈਕ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਲੈ ਕੇ ਆਇਆ ਔਰ ਡਾਇਗਰਾਮ ਦੇਖੋ ਧਿਆਨ ਨਾਲ, ਇਹਦੇ ਵਿੱਚ ਕੀ ਕਿਹਾ ਗਿਆ। ਇਹ 'ਚ 3 ਟਰਮਸ ਲਿੱਤੀ ਗਈਆਂ ਨੇ, ਇੱਕ ਇੱਦ ਲਿੱਤਾ ਗਿਆ, ਇੱਕ ਈਗੋ ਲਿੱਤਾ ਗਿਆ ਔਰ ਦੂਸਰਾ ਕੀ ਲਿੱਤਾ ਗਿਆ, ਸੁਪਰ ਈਗੋ। ਅਗਰ ਉੱਪਰ ਡੈਫੀਨੇਸ਼ਨ ਸਮਝ ਆ ਗਈ ਤੇ ਨੀਚੇ ਤੁਹਾਨੂੰ ਡਾਇਗਰਾਮ ਸਮਝ ਆ ਜਾਊਗੀ। ਇੱਦ ਕੀ ਕਹਿੰਦੀ ਹੈ, ਆਈ ਵॉन्ट टू डू दैट नाउ, मैं ये काम हुनी करना चाहना। ठीक है, मेरी ये डिजायर हुनी कंप्लीट होनी चाहिए है। लाइक मैं थोड़े सामने ऊपर एग्जांपल दे के आया सी कि न्यूबॉर्न बेबी ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏਗੀ। ਓਬਵੀਅਸ ਉਹ ਜਿਹੜੀ ਚੀਜ਼ ਮੰਗੂਗਾ ਉਹ ਤੁਹਾਨੂੰ ਨਾਲ ਦੀ ਨਾਲ ਪ੍ਰੈਜ਼ੈਂਟ ਕਰਨੀ ਪਊਗੀ, ਦੇਣੀ ਪਊਗੀ। ਅਗਰ ਬੱਚਾ ਰੋਂਦਾ ਪਿਆ ਹੈ ਤਾਂ ਓਬਵੀਅਸ ਉੱਥੇ ਬੱਚੇ ਨੂੰ ਭੁੱਖ ਲੱਗੀ ਹੈ ਤਾਂ ਉੱਥੇ ਮਦਰ ਮਿਲਕ ਜਾਂ ਕਹਿ ਸਕਦੇ ਇੱਕ ਬੱਚੇ ਨੂੰ ਦੁੱਧ ਵਗੈਰਾ ਦੇਣਾ ਪਏਗਾ। ਤਾਂ ਉੱਥੇ ਬੱਚੇ ਦੀ ਡਿਜ਼ਾਇਰ ਨੂੰ ਕੀ ਕਰਨਾ ਪਊਗਾ, ਫੁੱਲਫਿਲ ਕਰਨਾ ਪਊਗਾ। ਉੱਥੇ ਬੱਚੇ ਨੂੰ ਇਮੀਡੀਏਟ ਰਿਸਪੌਂਸ ਦੇਣਾ ਪਊਗਾ ਜਾਂ ਬੱਚੇ ਨੂੰ ਇਮੀਡੀਏਟ ਸੈਟੀਸਫਾਈਡ ਕਰਨਾ ਪਊਗਾ। ਉਹ ਸਾਡੇ ਵਾਸਤੇ ਇੱਦ ਕਹਿੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਈਗੋ ਕੀ ਕਹਿੰਦੀ ਹੈ, ਮੇ ਵੀ ਕੈਨ ਕੰਪਰੋਮਾਈਜ਼, ਕਿ ਅਸੀਂ ਕੰਪਰੋਮਾਈਜ਼ ਕਰ ਸਕਦੇ ਹਾਂ, ਫਿਊਚਰ ਤੱਕ ਇਹਨੂੰ ਪੋਸਟਪੋਨ ਕਰ ਸਕਦੇ ਹਾਂ। ਕਿਉਂ ਕਰਾਂਗੇ, ਕਾਰੇ ਵਾਸਤੇ ਕਰਾਂਗੇ। ਈਗੋ ਇਹੀ ਸੋਚਦੀ ਹੈ ਕਿ ਨਾ ਹੀ ਇੱਦ ਇਫੈਕਟ ਹੋਵੇ ਨਾ ਹੀ ਸੁਪਰ ਈਗੋ ਇਫੈਕਟ ਹੋਵੇ। ਕਾਰਨ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜੀ ਈਗੋ ਹੈ ਉਹ ਕਿਹੜਾ ਕੰਮ ਕਰਦੀ ਹੈ, ਇੱਕ ਮੈਡੀਏਟਰ ਦਾ ਕੰਮ ਕਰਦੀ ਹੈ, ਬ੍ਰੋਕਰ ਦਾ ਕੰਮ ਕਰਦੀ ਹੈ, ਤਾਂ ਕਿ ਇੱਦ ਵੀ ਇਫੈਕਟ ਨਾ ਹੋਵੇ ਨਾ ਹੀ ਸੁਪਰ ਈਗੋ ਨਾਲ ਇਫੈਕਟ ਹੋਵੇ। ਤਾਂ ਜਿਹੜੀ ਈਗੋ ਹੈ ਉਹ ਬੈਲੈਂਸ ਕਰਦੀ ਹੈ ਦੋਨਾਂ ਚੀਜ਼ਾਂ ਨੂੰ, ਮਤਲਬ ਸ਼ਾਂਤੀ ਦੇਣ ਦੀ ਕੋਸ਼ਿਸ਼ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਥਰਡ ਟਰਮ ਆਉਂਦੀ ਤੁਹਾਡੇ ਵਾਸਤੇ ਸੁਪਰ ਈਗੋ। ਸੁਪਰ ਈਗੋ ਸਾਡੇ ਵਾਸਤੇ ਐਕਸਟ੍ਰੀਮ ਲੈਵਲ ਹੈ। ਉਹ ਕੀ ਕਰੂਗੀ, ਉਹ ਇੱਦ ਨੂੰ ਕੀ ਕਰਦੀ ਹੈ, ਕੰਟਰੋਲ ਕਰਦੀ ਹੈ। ਕਿਵੇਂ ਕੰਟਰੋਲ ਕਰਨਾ ਹੈ, ਉਹ ਕਿਹਦਾ ਕੰਮ ਹੋਊਗਾ, ਸੁਪਰ ਈਗੋ ਦਾ ਕੰਮ ਹੋਊਗਾ। ਹੁਣ ਜਿਹੜੀ ਸੁਪਰ ਈਗੋ ਹੁੰਦੀ ਹੈ ਉਹ ਸੋਸਾਇਟੀ ਨੂੰ ਦੇਖਦੀ ਹੈ, ਸੋਸਾਇਟੀ ਦੇ ਨੋਰਮਸ ਨੂੰ ਦੇਖਦੀ ਹੈ, ਰੂਲ ਔਰ ਰੈਗੂਲੇਸ਼ਨਸ ਦੇ ਕੰਮ ਕਰਦੀ ਹੈ। ਸੋਸਾਇਟੀ ਨੂੰ ਮੇਨ ਮੁੱਖ ਮੰਨਿਆ ਜਾਂਦਾ ਹੈ ਸੁਪਰ ਈਗੋ ਦੇ ਵਿੱਚ। ਹੁਣ ਇਹ ਕਹਿੰਦਾ ਕੀ ਹੈ, ਇਟ ਇਜ਼ ਨੋਟ ਰਾਈਟ ਟੂ ਡੂ ਦੈਟ, ਇਹ ਹੁਣ ਦਾ ਟਾਈਮ ਨਹੀਂ ਹੈ, ਇਹਨੂੰ ਅੱਗੇ ਪੋਸਟਪੋਨ ਕਰ ਦਿੱਤਾ ਜਾਵੇ। ਜੇ ਹੁਣ ਕਰਾਂਗੇ ਤਾਂ ਸੋਸਾਇਟੀ ਵਾਸਤੇ ਚੀਜ਼ਾਂ ਸਹੀ ਨਹੀਂ ਹੈਗੀਆਂ। ਇਹ ਕੌਣ ਕਹੂਗਾ, ਸੁਪਰ ਈਗੋ ਕਹੂਗਾ। ਤਾਂ ਧਿਆਨ ਰੱਖਿਓ ਜਿੱਥੇ ਸੋਸਾਇਟੀ ਦੇ ਨੋਰਮਸ ਦੀ ਗੱਲ ਕੀਤੀ ਜਾਂਦੀ ਹੈ, ਈਗੋ ਨੂੰ ਇੱਦ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਸਾਡੇ ਵਾਸਤੇ ਸੁਪਰ ਈਗੋ ਹੈ। ਜਿੱਥੇ ਤੁਹਾਡੇ ਵਾਸਤੇ ਮੈਡੀਏਟਰ ਦਾ ਕੰਮ ਕਰੂਗੀ, ਨਾ ਹੀ ਇੱਦ ਇਫੈਕਟ ਹੋਵੇ ਨਾ ਹੀ ਸੁਪਰ ਈਗੋ ਇਫੈਕਟ ਹੋਵੇ, ਉੱਥੇ ਸਾਡੇ ਵਾਸਤੇ ਈਗੋ ਕੰਮ ਕਰੂਗੀ। ਲੇਕਿਨ ਇੱਦ ਕੀ ਕਹਿੰਦੀ ਹੈ, ਮੈਂ ਸਿਰਫ ਆਪਣੇ ਆਪ ਨੂੰ ਦੇਖਣਾ ਹੈ, ਮੇਰੀ ਅਗਰ ਡਿਜ਼ਾਇਰ ਕੰਪਲੀਟ ਹੋ ਰਹੀ ਹੈ ਤਾਂ ਠੀਕ ਹੈ, ਅਗਰ ਨਹੀਂ ਹੋ ਰਹੀ ਤਾਂ ਮੈਨੂੰ ਸੋਸਾਇਟੀ ਤੋਂ ਕੁਝ ਨਹੀਂ ਲੈਣਾ। ਤਾਂ ਇੱਦ ਸਾਡੇ ਵਾਸਤੇ ਕੀ ਹੁੰਦਾ, ਹਮੇਸ਼ਾ ਅਗਰੈਸਿਵ ਹੁੰਦੀ ਹੈ, ਸਟਬਨ ਹੁੰਦੀ ਹੈ, ਜਿੱਦੀ ਹੁੰਦੀ ਹੈ। ਤੇ ਇਹ ਚੀਜ਼ਾਂ ਦੀ ਗੱਲ ਕੀਤੀ ਸੁਣਨੇ ਫਿਲਹਾਲ ਸੈਗਮੈਂਟ ਫਰੰਟ ਦੇ ਅਕੋਰਡਿੰਗ। ਹੁਣ ਬੇਟਾ ਆਪਾਂ ਗੱਲ ਕਰਾਂਗੇ 5 ਸਟੇਜਸ ਦੀ, ਜਿਹਦੇ ਵਿੱਚ ਨਿਕਲ ਕੇ ਪਹਿਲੀ ਸਟੇਜ ਆਉਂਦੀ ਤੁਹਾਡੇ ਵਾਸਤੇ ਓਰਲ ਸਟੇਜ। ਹੁਣ ਧਿਆਨ ਰੱਖਿਓ ਨਾਮ ਹੀ ਬਹੁਤ ਇੰਪੋਰਟੈਂਟ ਨੇ। ਜਿਹੜੀ ਓਰਲ ਸਟੇਜ ਦੀ ਰੇਂਜ ਹੁੰਦੀ ਹੈ ਉਹ ਸਾਡੇ ਵਾਸਤੇ ਕਿਹੜੀ ਹੁੰਦੀ ਹੈ, ਬਰਥ ਤੋਂ ਲੈ ਕੇ 1 ਸਾਲ ਤੱਕ ਦੀ ਹੁੰਦੀ ਹੈ। ਲੇਕਿਨ ਇਹਦਾ ਜਿਹੜਾ ਜ਼ੋਨ ਪਾਇਆ ਜਾਂਦਾ ਹੈ, ਇਰੋਜਨਸ ਜ਼ੋਨ ਜਿਹਨੂੰ ਅਸੀਂ ਬੋਲਦੇ ਹਾਂ, ਸਾਡੇ ਵਾਸਤੇ ਕੀ ਹੈ, ਮਾਊਥ ਹੈ। ਤਾਂ ਇੱਥੇ ਮੈਂ ਤੁਹਾਨੂੰ ਫਿਲਹਾਲ ਦੱਸ ਦੇਣਾ, ਇਹਦੇ ਵਿੱਚ ਜਿਹੜਾ ਬੱਚਾ ਉਹ ਛੋਟਾ ਹੀ ਹੈ, ਜਨਮ ਤੋਂ ਲੈ ਕੇ 1 ਸਾਲ ਤੱਕ ਦੀ ਗੱਲ ਕੀਤੀ ਗਈ ਹੈ। ਹੁਣ ਜਦੋਂ ਵੀ ਅਸੀਂ ਬੱਚੇ ਦੀ ਗੱਲ ਕਰਦੇ 1 ਸਾਲ ਤੱਕ ਦੇ ਬੱਚੇ ਦੀ, ਤਾਂ ਜਿਹੜੇ ਬੱਚੇ ਦਾ ਇੱਥੇ ਵਿੱਚ ਲਿਬਿਡੋ ਹੋਏਗਾ, ਹਨਾ, 3 ਚੀਜ਼ਾਂ ਦੀ ਗੱਲ ਕਰਾਂਗੇ। ਜਿਹੜਾ ਬੱਚੇ ਦਾ ਲਿਬਿਡੋ ਹੋਏਗਾ ਉਹ ਕੀ ਹੋਏਗਾ, ਤਾਂ ਉੱਥੇ ਬੱਚੇ ਕਿਹੜੀ ਚੀਜ਼ ਮੰਗ ਸਕਦਾ ਹੈ, ਤਾਂ ਓਬਵੀਅਸ ਉੱਥੇ ਬੱਚਾ ਮਿਲਕ ਮੰਗੇਗਾ, ਉਹਦੇ ਨਾਲ ਹੀ ਬੱਚੇ ਦੀ ਸੈਟਿਸਫੈਕਸ਼ਨ ਹੋਊਗੀ। ਜਿਵੇਂ ਜਿਵੇਂ ਬੱਚਾ 6 ਮਹੀਨਿਆਂ ਤੋਂ 1 ਸਾਲ ਦਾ ਹੁੰਦਾ ਜਾਂਦਾ ਹੈ, ਤੇ ਜਿਹੜੇ ਵੀ ਅਸੀਂ ਟੋਇਜ਼ ਬੱਚੇ ਨੂੰ ਫੜਾਉਂਦੇ ਆ ਖੇਲਣ ਦੇ ਵਾਸਤੇ, ਉਹ ਸਾਰੀ ਚੀਜ਼ਾਂ ਬੱਚਾ ਆਪਣੇ ਕਿੱਥੇ ਪਾਊਗਾ, ਮੂੰਹ 'ਚ ਪਾ ਲੈਂਦਾ, ਤਾਂ ਕਿ ਬੱਚਾ ਰਿਸਪੌਂਡ ਕਰ ਸਕੇ, ਉਸ ਚੀਜ਼ ਨੂੰ ਸਮਝ ਸਕੇ ਕਿ ਵਾਕਈ ਜਿਹੜਾ ਟੋਏ ਕਿਸ ਚੀਜ਼ ਦੇ ਕੰਮ ਆ ਸਕਦਾ ਹੈ। ਅਗਰ ਇੱਥੇ ਬੱਚੇ ਨੂੰ ਤੁਸੀਂ ਚੰਗੇ ਤਰੀਕੇ ਨਾਲ ਸਮਝਾ ਲੈਂਦੇ ਹੋ ਤਾਂ ਵੈਰੀ ਗੁੱਡ ਹੈ। ਲੇਕਿਨ ਇਸ ਸਟੇਜ ਦੇ ਵਿੱਚ ਇੱਕ ਕੰਫਲਿਕਟ ਪਾਇਆ ਜਾਂਦਾ ਹੈ,
ਝਗੜਾ ਪਾਇਆ ਜਾਂਦਾ ਉਹਨੂੰ ਅਸੀਂ ਕੀ ਬੋਲਦੇ ਹਾਂ ਹੈਪਨਸ ਟੂ ਅ ਵਿਨਿੰਗ ਪ੍ਰੋਸੈਸ। ਵਿਨਿੰਗ ਪ੍ਰੋਸੈਸ ਦਾ ਮਤਲਬ ਹੋਣਾ ਕੀ ਚਾਹੀਦਾ ਤੁਹਾਨੂੰ ਸਭ ਨੂੰ ਪਤਾ ਹੈ ਕੀ ਹੋਏਗਾ। ਵਿਨਿੰਗ ਪ੍ਰੋਸੈਸ ਦਾ ਮਤਲਬ ਹੁੰਦਾ ਹੈ ਅਗਰ ਬੱਚੇ ਦੇ ਤੁਸੀਂ ਉੱਥੇ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੀ ਅਗਰ ਬੱਚੇ ਦੇ ਗੋਲ ਨੂੰ ਤੁਸੀਂ ਅਚੀਵ ਨਹੀਂ ਕਰ ਸਕਦੇ, ਬੱਚੇ ਦੀ ਜਿੱਦ ਪੂਰੀ ਨਹੀਂ ਕੀਤੀ ਜਾ ਸਕਦੀ, ਤਾਂ ਬੱਚਾ ਉੱਥੇ ਹਮੇਸ਼ਾ ਇੱਕ ਸਟੇਜ ਤੇ ਕੀ ਹੋਊਗਾ ਅਟਕਿਆ ਰਹੂਗਾ। ਲਾਈਕ ਅਗਰ ਬੱਚਾ ਰੋਂਦਾ ਪਿਆ ਉੱਥੇ ਬੱਚੇ ਨੂੰ ਮਿਲਕ ਨਾ ਦਿੱਤਾ ਜਾਵੇ ਤਾਂ ਓਬਵੀਅਸ ਤੇ ਬੱਚਾ ਕੀ ਹੋ ਜਾਊਗਾ ਸਟਬਰ ਹੋ ਜਾਊਗਾ, ਜਿੱਦੀ ਹੋ ਜਾਊਗਾ, ਬਾਰ-ਬਾਰ ਇੱਛਾ ਕਰੂਗਾ। ਜਾਂ ਫਿਰ ਦੇਖਿਆ ਜਾਵੇ ਤਾਂ ਇਸ ਸਟੇਜ ਦੇ ਵਿੱਚ ਕੀ ਹੋਊਗਾ ਉੱਥੇ ਫਿਕਸੇਸ਼ਨ ਆ ਜਾਊਗੀ। ਅਗਰ ਬੱਚੇ ਦੀ ਜਿੱਦ ਪੂਰੀ ਨਾ ਕੀਤੀ ਗਈ ਤਾਂ ਫਿਕਸੇਸ਼ਨ ਮਤਲਬ ਬੱਚਾ ਉੱਥੇ ਇੱਕੋ ਹੀ ਸਟੇਜ ਤੇ ਉੱਤੇ ਕੀ ਹੋਊਗਾ ਅਟਕਿਆ ਰਹੂਗਾ। ਅਟਕਿਆ ਦਾ ਮਤਲਬ ਫਿਰ ਕਿਹੜੀ ਮਤਲਬ ਪ੍ਰੋਬਲਮ ਆ ਸਕਦੀਆਂ ਨੇ ਅਗਰ ਬੱਚੇ ਦੀ ਜਿੱਦ ਨਾ ਪੂਰੀ ਕੀਤੀ ਗਈ ਤਾਂ ਅਰਲੀ ਉਮਰ ਦੇ ਵਿੱਚ ਉਹ ਜਿੱਦ ਅਗਰ ਨਾ ਪੂਰੀ ਕੀਤੀ ਗਈ ਤਾਂ ਲੇਟਰ ਉਮਰ ਦੇ ਵਿੱਚ ਬੱਚਾ ਸਮੋਕਿੰਗ ਕਰਨ ਲੱਗੂਗਾ, ਡਰਿੰਕਿੰਗ ਕਰਨ ਲੱਗ ਜਾਊਗਾ, ਜਾਂ ਫਿਰ ਫਿੰਗਰ ਚਿੰਗ ਮਤਲਬ ਆਪਣੇ ਨੇਲਸ ਖਾਣ ਲੱਗ ਜਾਊਗਾ, ਜਾਂ ਥੰਬ ਸਕਿੰਗ ਮਤਲਬ ਅੰਗੂਠਾ ਚੂਸਣ ਲੱਗ ਜਾਊਗਾ। ਤਾਂ ਇਹ ਬੱਚਾ ਫਿਕਸੇਸ਼ਨ ਦੇ ਵਿੱਚ ਆ ਜਾਊਗਾ। ਤੇ ਪੁਆਇੰਟ ਕਦੋਂ ਕੀਤੇ ਜਾਂਦੇ ਨੇ ਜਦੋਂ ਬੱਚਾ ਓਬਵੀਅਸ ਕਿਹਦੇ ਵਿੱਚ ਹੋਊਗਾ ਸਟ੍ਰੈਸ ਦੇ ਵਿੱਚ ਹੋਊਗਾ। ਹੁਣ ਓਬਵੀਅਸ ਹੈ ਬੱਚੇ ਨੂੰ ਜਨਮ ਦੇ ਵਿੱਚ ਲਿਬਿਡੋ ਕਹਿੰਦੀ ਸੀ ਕਿ ਅਗਰ ਬੱਚੇ ਨੂੰ ਤੁਸੀਂ ਮਿਲਕ ਨਹੀਂ ਦੋਗੇ ਤਾਂ ਓਬਵੀਅਸ ਉੱਥੇ ਬੱਚਾ ਕੀ ਹੋਊਗਾ ਫਿਕਸੇਸ਼ਨ ਦੇ ਵਿੱਚ ਆ ਜਾਊਗਾ, ਇੱਕ ਸਟੇਜ ਤੇ ਅੜਕਿਆ ਰਹੂਗਾ। ਜਦੋਂ ਬੱਚਾ ਸਟ੍ਰੈਸ ਵਿੱਚ ਹੋਊਗਾ ਜਾਂ ਤਾਂ ਨੇਲਸ ਖਾਣ ਲੱਗ ਜਾਊਗਾ, ਜਾਂ ਸਮੋਕਿੰਗ ਕਰਨ ਲੱਗ ਜਾਊਗਾ, ਡਰਿੰਕਿੰਗ ਕਰਨ ਲੱਗ ਜਾਊਗਾ। ਮਤਲਬ ਉੱਥੇ ਇੱਕ ਪ੍ਰੋਸੈਸ ਆਊਗੀ ਜਿਹਨੂੰ ਅਸੀਂ ਕੀ ਬੋਲਦੇ ਵਿਨਿੰਗ ਪ੍ਰੋਸੈਸ ਬੋਲਦੇ ਹਾਂ। ਇਹ ਚੀਜ਼ਾਂ ਹੋਣੀ ਜ਼ਰੂਰੀ ਨੇ, ਇਹ ਚੀਜ਼ਾਂ ਫਿਕਸੇਸ਼ਨ ਦੇ ਅਕੋਰਡਿੰਗ ਹੋਣੀ ਜ਼ਰੂਰੀ ਨੇ ਜਿਵੇਂ ਕਿ ਸੈਗਮੰਡ ਫਰੋਡ ਨੇ ਕਿਹਾ ਸੀ। ਠੀਕ ਹੈ ਜੀ। ਹੁਣ ਬੇਟੇ ਆਪਾਂ ਇੱਕ ਇੱਕ ਸਟੇਜ ਕਰਦੇ ਜਾਵਾਂਗੇ। ਜਿਵੇਂ ਹੁਣ ਤੁਹਾਨੇ ਆਪਣੇ ਨਾਲ ਮੇਰੇ ਨਾਲ ਔਰਲ ਸਟੇਜ ਕੀਤੀ ਹੈ ਤਾਂ ਔਰਲ ਸਟੇਜ ਆਪਾਂ ਦੋ ਚੀਜ਼ਾਂ ਪੜ੍ਹ ਲਈਆਂ, ਇੱਧਰ ਵੀ ਪੜ੍ਹ ਲਿਆ ਔਰ ਫਿਕਸੇਸ਼ਨ ਵੀ ਪੜ੍ਹ ਲਿਆ। ਠੀਕ ਹੈ। ਤਾਂ ਉੱਥੇ ਬੱਚੇ ਲਿਬਿਡੋ ਵੀ ਪੜ੍ਹ ਲਈ ਔਰ ਫਿਕਸੇਸ਼ਨ ਵੀ ਪੜ੍ਹ ਲਈ। ਲਿਬਿਡੋ ਵੀ ਬੱਚੇ ਦੀ ਫੁੱਲਫਿਲ ਹੋਣੀ ਚਾਹੀਦੀ ਹੈ। ਅਗਰ ਲਿਬਿਡੋ ਫੁੱਲਫਿਲ ਨਾ ਹੋਈ ਔਰਲ ਸਟੇਜ ਦੇ ਵਿੱਚ ਤਾਂ ਬੱਚਾ ਇੱਕ ਸਟੇਜ ਦੇ ਵਿੱਚ ਅੜਕ ਜਾਊਗਾ, ਉਹਨੂੰ ਅਸੀਂ ਕੀ ਬੋਲਦੇ ਹਾਂ ਫਿਕਸੇਸ਼ਨ। ਤਾਂ ਕੀ ਕਰੂਗਾ ਉਹਦੇ ਵਿੱਚ ਜਾਂ ਤਾਂ ਨੇਲਸ ਖਾਊਗਾ, ਜਾਂ ਫਿੰਗਰ ਖਾਊਗਾ, ਥੰਬ ਸਕਿੰਗ ਕਰ ਸਕਦਾ, ਸਮੋਕਿੰਗ ਕਰ ਸਕਦਾ, ਡਰਿੰਕਿੰਗ ਕਰ ਸਕਦਾ, ਓਵਰ ਰੇਟਿੰਗ ਦੇ ਅਕੋਰਡਿੰਗ। ਕਦੋਂ ਕਰੂਗਾ ਜਦੋਂ ਬੱਚਾ ਕਿਹਦੇ ਵਿੱਚ ਆਊਗਾ ਸਟ੍ਰੈਸ ਦੇ ਵਿੱਚ ਆਊ। ਕਿਉਂ? ਕਿਉਂਕਿ ਬੱਚੇ ਦਾ ਲਿਬਿਡੋ ਪੂਰਾ ਨਹੀਂ ਹੋਇਆ, ਬੱਚੇ ਦੀ ਜਿੱਦ ਨਹੀਂ ਪੂਰੀ ਹੋਈ, ਬੱਚੇ ਨੂੰ ਮਿਲਕ ਨਹੀਂ ਮਿਲਿਆ ਸੀ ਜਾਂ ਬੱਚੇ ਨੂੰ ਟੋਏ ਨਹੀਂ ਮਿਲਿਆ ਸੀਗਾ। ਠੀਕ ਹੈ। ਕਿਉਂਕਿ ਉੱਥੇ ਜਿਹੜਾ ਇਰੋਜਨਸ ਜ਼ੋਨ ਸੀ ਕੀ ਸੀ ਸਾਡੇ ਵਾਸਤੇ ਮਾਊਥ ਸੀਗਾ। ਠੀਕ ਹੈ ਜੀ। ਨੈਕਸਟ ਆਓ ਅਗਲੀ ਸਟੇਜ ਆਉਂਦੀ ਸਾਡੇ ਵਾਸਤੇ ਅਨਾਲ ਸਟੇਜ। ਹੁਣ ਧਿਆਨ ਰੱਖਿਓ ਅਨਾਲ ਸਟੇਜ ਦੀ ਜਿਹੜੀ ਰੇਂਜ ਪਾਈ ਜਾਂਦੀ ਹੈ ਏਜ ਦੇ ਅਕੋਰਡਿੰਗ ਉਹ 1 ਤੋਂ ਲੈ ਕੇ 3 ਸਾਲ ਤੱਕ ਦੀ ਪਾਈ ਜਾਂਦੀ ਹੈ। ਹੁਣ ਇਹਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਜਿਹੜਾ ਇਨੋਜਿਸ ਜ਼ੋਨ ਹੋਏਗਾ ਸਾਡੇ ਵਾਸਤੇ ਕੀ ਹੋਊਗਾ ਐਨਐਸ ਹੋਏਗਾ ਐਂਡ ਦੀ ਬਲੈਡਰ ਹੋਏਗਾ। ਤੇ ਧਿਆਨ ਰੱਖਿਓ ਹੁਣ ਇਹਦੇ ਵਿੱਚ ਕੀ ਹੈ। ਹੁਣ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਦੀ ਗੱਲ ਕਰਾਂਗੇ, ਲਿਬਿਡੋ ਦੀ ਗੱਲ ਕਰਾਂਗੇ ਇਹਦੇ ਵਿੱਚ ਵੀ, ਉਹ ਤੁਹਾਡੇ ਵਾਸਤੇ ਆਪਣੇ ਵਾਸਤੇ ਵਿੱਚ ਫਿਕਸੇਸ਼ਨ ਦੀ ਵੀ ਗੱਲ ਕਰਾਂਗੇ। ਤਾਂ ਜਿਹੜਾ ਐਨਐਲ ਸਟੇਜ ਹੈ ਇਹਦੇ ਵਿੱਚ ਜਿਹੜਾ ਫਰੂਟ ਦਾ ਪ੍ਰਾਇਮਰੀ ਫੋਕਸ ਹੈ ਲਿਬਿਡੋ ਦਾ ਉਹ ਕੀ ਹੋਏਗਾ ਬੱਚੇ ਦੀ ਮੂਵਮੈਂਟਸ ਉੱਤੇ ਕੰਟਰੋਲ ਕੀਤਾ ਜਾਊਗਾ। ਕਿਹੜੀ ਮੂਵਮੈਂਟਸ ਹੋਣਗੀਆਂ ਬਲੈਡਰ ਮੂਵਮੈਂਟਸ ਹੋਣਗੀਆਂ ਔਰ ਇੱਕ ਬੱਚੇ ਦੀਆਂ ਬੋਲ ਮੂਵਮੈਂਟਸ ਹੋਣਗੀਆਂ। ਤਾਂ ਮੂਵਮੈਂਟਸ ਉੱਤੇ ਕੰਟਰੋਲ ਕੀਤਾ ਜਾਊਗਾ। ਤਾਂ ਦੇਖਿਆ ਜਾਵੇ ਜਿਹੜੀ ਤੁਹਾਡੀ ਆਪਣੀ ਏਵਲੀ ਸਟੇਜ ਹੈ ਇਹਦੇ ਵਿੱਚ ਵੀ ਕੰਫਲਿਕਟ ਰਹੂਗਾ ਕਾਹਦਾ ਟਾਇਲਟ ਟ੍ਰੇਨਿੰਗ ਦਾ। ਬੱਚੇ ਨੂੰ ਟਾਇਲਟ ਟ੍ਰੇਨਿੰਗ ਸਿਖਾਣੀ ਹੈ। ਠੀਕ ਹੈ। ਤਾਂ ਕਾਰੇ ਵਾਸਤੇ ਸਿਖਾਈ ਜਾਊਗੀ ਤਾਂ ਕਿ ਬੱਚਾ ਆਪਣੀ ਬੋਡੀ ਉੱਤੇ ਕੀ ਬੋਡੀ ਦੀ ਨੀਡਸ ਉੱਤੇ ਕੀ ਕਰ ਸਕੇ ਕੰਟਰੋਲ ਕਰ ਸਕੇ। ਵਾਸ਼ਰੂਮ ਕਦੋਂ ਜਾਣਾ ਹੈ ਬੱਚੇ ਦੱਸੇ ਔਰ ਓਬਵੀਅਸ ਹੈ ਜਾ ਕੇ ਟਾਇਲਟ ਦੇ ਵਿੱਚ ਵਾਸ਼ਰੂਮ ਜਾ ਸਕਦਾ ਹੈ। ਮਤਲਬ ਬੱਚੇ ਨੇ ਵਾਸ਼ਰੂਮ ਜਾਣਾ ਹੈ, ਯੂਰਿਨ ਆਇਆ ਜਾਂ ਯੂਰਿਨ ਪਾਸ ਕਰਨਾ ਹੈ ਤਾਂ ਓਬਵੀਅਸ ਬੱਚੇ ਨੂੰ ਪਹਿਲੇ ਹੀ ਸਮਝਾ ਦਿੱਤਾ ਜਾਂਦਾ ਹੈ ਕਿ ਯੂਰਿਨ ਇੱਥੇ ਹੋਏਗਾ ਮਤਲਬ ਵਾਸ਼ਰੂਮ ਦੇ ਵਿੱਚ ਹੀ ਜਾ ਕੇ ਕਰਨਾ ਹੋਰ ਕਿਤੇ ਨਹੀਂ ਕਰਨਾ। ਤਾਂ ਇੱਥੇ ਮੇਜਰ ਕੰਫਲਿਕਟ ਇਹੀ ਰਹਿੰਦਾ ਕਿ ਬੱਚੇ ਨੂੰ ਕਿਵੇਂ ਪੜ੍ਹਾਇਆ ਜਾਊਗਾ, ਕਿਵੇਂ ਟਾਇਲਟ ਟ੍ਰੇਨਿੰਗ ਦਿੱਤੀ ਜਾਊਗੀ। ਤਾਂ ਇਹਦੇ ਵਾਸਤੇ ਫਰੂਡ ਨੇ ਦੋ ਟਰਮਸ ਦੀ ਗੱਲ ਕੀਤੀ ਸੀ। ਇੱਕ ਤਾਂ ਗੱਲ ਕੀਤੀ ਹੈ ਐਨਲ ਰਿਟੈਂਟਿਵ ਦੀ ਔਰ ਦੂਸਰੀ ਗੱਲ ਕੀਤੀ ਇਹਦੇ ਵਿੱਚ ਐਨਲ ਐਕਸਪਲਸਿਵ ਦੀ। ਤਾਂ ਧਿਆਨ ਰੱਖਿਓ ਮੈਂ ਗੱਲ ਕਰੂੰਗਾ ਐਨਲ ਰਿਟੈਂਟਿਵ ਦੀ। ਤਾਂ ਵਰਡ ਐਨਲ ਰਿਟੈਂਟਿਵ ਸਾਡੇ ਵਾਸਤੇ ਕੀ ਹੋਊਗਾ ਮੰਨ ਕੇ ਚੱਲੋ ਅਗਰ ਬੱਚੇ ਨੂੰ ਤੁਸੀਂ ਟਾਇਲਟ ਟ੍ਰੇਨਿੰਗ ਦੇਣੀ ਹੈ ਤਾਂ ਓਬਵੀਅਸ ਬੱਚੇ ਨੂੰ ਉੱਥੇ ਰਿਵੋਰਡ ਦੇਣਾ ਜ਼ਰੂਰੀ ਹੈ। ਅਗਰ ਤੁਸੀਂ ਬੱਚੇ ਨੂੰ ਟਾਇਲਟ ਟ੍ਰੇਨਿੰਗ ਦਿੰਦੇ ਪਏ ਹੋ ਤਾਂ ਬੱਚੇ ਨੂੰ ਤੁਸੀਂ ਪ੍ਰੇਸ ਕਰ ਸਕਦੇ ਹੋ ਕਿ ਹਾਂ ਤੈਨੇ ਸਿੱਖ ਲਿਆ ਔਰ ਜਿਹੜਾ ਕੰਮ ਤੂੰ ਕਰਦਾ ਵੇ ਅੱਛਾ ਕਰਦਾ ਵੇ। ਮੰਨ ਕੇ ਚੱਲੋ ਇੱਥੇ ਪੇਰੈਂਟਸ ਬੱਚੇ ਨੂੰ ਰਿਵੋਰਡ ਦਿੰਦੇ ਨੇ ਪ੍ਰੇਸ ਦਿੰਦੇ ਨੇ ਤਾਂ ਹੀ ਬੱਚਾ ਜਾ ਕੇ ਟਾਇਲਟ ਟ੍ਰੇਨਿੰਗ ਸਿੱਖਦਾ ਹੈ। ਠੀਕ ਹੈ। ਲੇਕਿਨ ਫਰੋਡ ਦੇ ਅਕੋਰਡਿੰਗ ਕੀ ਗੱਲ ਕੀਤੀ ਗਈ ਹੈ ਫਰੋਡ ਦੇ ਅਕੋਰਡਿੰਗ ਅਗਰ ਦੇਖਿਆ ਜਾਵੇ ਤਾਂ ਅਗਰ ਪੇਰੈਂਟਸ ਅਰਲੀ ਲਾਈਫ ਦੇ ਵਿੱਚ ਅਰਲੀ ਏਜ ਦੇ ਵਿੱਚ ਬੱਚੇ ਨੂੰ ਟਾਇਲਟ ਟ੍ਰੇਨਿੰਗ ਦੇਣਾ ਸ਼ੁਰੂ ਕਰ ਦਿੰਦੇ ਨੇ ਮਤਲਬ ਬੱਚਾ ਛੋਟਾ ਹੀ ਹੈ ਤਾਂ ਉਸ ਉਮਰ ਦੇ ਵਿੱਚ ਬੱਚੇ ਨੂੰ ਟਾਇਲਟ ਟ੍ਰੇਨਿੰਗ ਦੇਣਾ ਸ਼ੁਰੂ ਕਰ ਦਿੰਦੇ ਨੇ ਤਾਂ ਬੱਚਾ ਇੱਕ ਪਰਸਨੈਲਿਟੀ ਡਿਵੈਲਪਮੈਂਟ ਕਰ ਲੂਗਾ। ਉਹ ਪਰਸਨੈਲਿਟੀ ਨੂੰ ਅਸੀਂ ਕੀ ਬੋਲਦੇ ਹਾਂ ਐਨਰ ਰਿਟੈਂਟਿਵ ਬੋਲਦੇ ਹਾਂ। ਠੀਕ ਹੈ। ਐਨਰ ਰਿਟੈਂਟਿਵ ਪਰਸਨੈਲਿਟੀ ਬੋਲਾਂਗੇ ਜਿਹਦੇ ਵਿੱਚ ਬੱਚਾ ਕੀ ਹੋ ਜਾਊਗਾ ਜਾਂ ਤਾਂ ਬੱਚਾ ਸਟਿੰਜੈਂਟ ਹੋ ਜਾਊਗਾ
या ऑर्डरली हो जाऊगा या रिजिड हो जाऊगा या ऑब्सੈਸ हो जाऊगा। मतलब बच्चा की होगा ਇਹਦੇ ਵਿੱਚ ਜਨੂਨੀ ਕਿਸਮ ਦਾ ਹੋ ਸਕਦਾ ਹੈ। ਲਾਈਕ ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ ਤਾਂ ਮੰਨ ਕੇ ਚੱਲੋ ਬੱਚਾ ਸਟ੍ਰਿੰਜੈਂਟ ਹੋ ਜਾਏਗਾ, ਆਰਡਰਲੀ ਹੋ ਜਾਏਗਾ। मतलब देख के बच्चा कैश पैसा मतलब पैसे देख के खर्चूगा क्योंकि पेरेंट्स बहुत ज़्यादा की ने स्ट्रिक्ट ने, ठीक है। तो उस पॉइंट में की बोलते हैं ना रिटेंटिव ही बोलते हैं। इस तो उल्ट कहता की है इफ द पेरेंट्स टेक एन अप्रोच दैट टू लीनियंट, अगर जो पेरेंट्स ने बहुत ज़्यादा लीनियंट ने तो फिर बच्चा उत्थे परसनैलिटी किहड़ी डिवेलप कर लूगा, एनल एक्सपल्सिव परसनैलिटी डिवेलप करूगा। हुण इहदा मतलब की है उत्थे बच्चा की हो जाऊगा, उत्थे बच्चा मैसी हो जाऊगा, वेस्टफुल हो जाऊगा या फिर साडे वास्ते की हो जाऊगा डिस्ट्रक्टिव हो जाऊगा। हुण इन्हां दा मतलब की होगा, मतलब बच्चा इहदे विच की होगा डिसऑर्गेनाइज्ड हो जाऊगा। बच्चा अगर पेरेंट्स काफ़ी ज़्यादा लीनियंट ने तो ऑब्वियस बच्चा उत्थे की होगा मैसी होगा, हर एक दी गल्लां दे विच आ जाऊगा, ठीक है। पैसा एक्सट्रा जिहड़ा या घर दे कन्नै जिहड़ा पैसा बच्चे नूं मिलदा पिया वो ਵੱਧ ਤੋਂ ਵੱਧ की करूगा वेस्ट करूगा क्योंकि पेरेंट्स ने कुछ किया ही नहीं। तो पेरेंट्स साडे वास्ते किने दे विच ਲੀਨੀਅਟ ਨੇ। ਇਹ ਗੱਲ ਕੀਤੀ ਗਈ ਸੀ ਕਿਹੜੀ ਸਟੇਜ ਦੇ ਵਿੱਚ ਤੁਹਾਡੀ ਆਪਣੀ ਨੈਕਸਟ ਉਹ ਤੁਹਾਡੀ ਆਪਣੀ ਪਹਿਲੀ ਸਟੇਜ ਵਿੱਚ ਗੱਲ ਕੀਤੀ ਸੀ ਓਰਲ ਦੀ ਔਰ ਸੈਕੰਡ ਸਟੇਜ 'ਚ ਗੱਲ ਕੀਤੀ ਤੁਹਾਡੇ ਆਪਣੇ ਐਨਐਲ ਦੀ। ਤੇ ਐਨਐਲ ਦੇ ਵਿੱਚ 2% ਹੀ ਬਣਨਗੀਆਂ, ਉਹ ਤੁਹਾਨੂੰ ਫਿਲਹਾਲ ਮੈਂ ਦੱਸਦੀ ਹਾਂ। ਇੰਪੋਰਟੈਂਟ ਪੁਆਇੰਟ ਨੇ ਬੇਟੇ, ਕਈ ਵਾਰ ਪੇਪਰ 'ਚ ਪੁੱਛ ਲੈਂਦੇ ਕਿ ਜਿਹੜੀ ਐਨਐਲ ਰਿਪਲਸਿਵ ਹੈ ਸਾਡੇ ਵਾਸਤੇ ਕਿਹੜੀ ਦੀ ਸਟੇਜ ਦੇ ਵਿੱਚ ਹੋਊਗੀ, ਤਾਂ ਐਨਐਲ ਸਟੇਜ ਦੇ ਵਿੱਚ ਬਣੂਗੀ, ਠੀਕ ਹੈ। ਵੈਸੇ ਅਨਾਲ ਬੋਲਦੇ ਆ ਤਾਂ ਅਨਾਲ ਸਟੇਜ ਦੇ ਵਿੱਚ ਹੀ ਬਣੇਗੀ, ਠੀਕ ਹੈ। ਨੈਕਸਟ ਅਗਲੀ ਸਟੇਜ ਦੀ ਗੱਲ ਕਰੀਏ ਫਾਲਿਕ ਸਟੇਜ। ਹੁਣ ਫਾਲਿਕ ਸਟੇਜ ਜਿਹੜੀ ਏਜ ਹੈ ਉਹਦੀ ਰੇਂਜ ਕਿੰਨੀ ਹੋਊਗੀ 3 ਤੋਂ ਲੈ ਕੇ 6 ਸਾਲ ਦੀ ਹੋਊਗੀ। ਇਹਦੇ ਵਿੱਚ ਜਿਹੜਾ ਤੁਹਾਡਾ ਵਾਸਤੇ ਜ਼ੋਨ ਬਣੇਗਾ ਉਹ ਕਿਹੜਾ ਬਣੂਗਾ ਸਾਡੇ ਵਾਸਤੇ ਜੈਨੀਟਲਸ ਬਣੇਗਾ। ਹੁਣ ਧਿਆਨ ਰੱਖਿਓ ਜੈਨੀਟਲਸ ਦੇ ਵਿੱਚ ਕੀ ਹੁੰਦਾ ਹੈ, ਇਰੋਸਿਸ ਉਹ ਸਾਡੇ ਵਾਸਤੇ ਕਿਹੜੇ ਬਹੁਤ ਜੈਨੀਟਲਸ ਬਣੂਗਾ। ਹੁਣ ਇਹਦੇ ਵਿੱਚ ਕੀ ਹੋਊਗਾ ਚਿਲਡਰਨ ਬਿਗਨ ਟੂ ਡਿਸਕਵਰ ਦ ਡਿਫਰੈਂਸ ਬਿਟਵੀਨ ਦ ਮੇਲ ਐਂਡ ਫੀਮੇਲ। ਬੱਚੇ ਨੂੰ ਪਤਾ ਲੱਗ ਜੂਗਾ ਮੇਲ ਔਰ ਫੀਮੇਲ ਦੇ ਵਿੱਚ ਕੀ ਡਿਫਰੈਂਸ ਨੇ। मतलब इस च बच्चा गल करूगा कंपीटीशन की, ठीक है। कंपीटीशन की भी गल कर सकते हैं या फिर गल करिए ये जो बच्चा काम करूगा वो सोसाइटी के बेस से काम करना स्टार्ट कर दूगा। मतलब उन्होंने पता लग जूगा लड़के और लड़कियों विचकार एक्च की डिफरेंस पाया गया, यानी कि बच्चे के अंगा की पहचान होने लग जूगी। जैनीटल्स की गल कर रहे हैं, ठीक है। तो ये जी दो चीज़ा मैं तुहाडे नाल गल की है मेल और फीमेल के डिफरेंस की, ये दो चीज़ों नाल ही हो सकता है। पहला पॉइंट है साडे वास्ते ओडिपस कंपलैक्स और दूसरा साडे वास्ते होंदा इलैक्ट्रा कंपलैक्स। जिहड़ा साडे वास्ते ओडिपस कंपलैक्स है हमेशा बॉयज़ वास्ते होंदा है और जिहड़ा इलैक्ट्रा कंपलैक्स है हमेशा साडे वास्ते की होगा गर्ल्स वास्ते होंदा है। हुण इन्हां दा मतलब की होगा जिहड़ा साडे वास्ते ओडिपस कंपलैक्स होंदा है ਇਹਦੇ ਵਿੱਚ ਜਿਹੜੇ ਬॉयਜ਼ ਦਾ ਪਿਆਰ ਹੁੰਦਾ ਹੈ, ठीक है, हमेशा ਉਹ ਕਿਹਦੇ ਵਾਸਤੇ ਪਾਇਆ ਜਾਂਦਾ ਹੈ ਮਦਰ ਵਾਸਤੇ ਪਾਇਆ ਜਾਂਦਾ ਹੈ। और ਜਿਹੜੇ फादर ਹੁੰਦੇ ਨੇ ਬੱਚੇ ਦੇ, ठीक है, ਇਹਦੇ ਵਿੱਚ ਜਿਹੜਾ ਬੱਚਾ ਲੜਕਾ ਹੈ ਉਹ फादर ਨੂੰ ਕੀ ਸਮਝਣ ਲੱਗ ਜਾਂਦਾ ਹੈ ਇੱਕ ਤਰ੍ਹਾਂ ਦਾ ਫੋਏ ਜਾਂ ਰਾਈਵਲ ਸਮਝਣ ਲੱਗ ਜਾਂਦਾ ਹੈ, मतलब दुश्मन समझਣ ਲੱਗ ਜਾਂਦਾ ਹੈ ਜਾਂ ਕਹਿ ਸਕਦੇ ਕੰਪੀਟੀਟਰ ਸਮਝਣ ਲੱਗ ਜਾਂਦਾ ਹੈ। ਇੱਥੇ फादर ਨੂੰ ਉਹ ਰਿਪਲੇਸ ਕਰਨ ਦੀ ਕੋਸ਼ਿਸ਼ ਕਰਦਾ ਹੈ ਕੌਣ ਇੱਕ ਲੜਕਾ, ਤੈਨੂੰ ਅਸੀਂ ਕੀ ਬੋਲਦੇ ਆ ओडिपस ਕੰਪਲੈਕਸ ਬੋਲਦੇ ਆ। और नैक्सट आते ਤੁਹਾਡੇ ਵਾਸਤੇ ਜੈਨੀਟਲ ਸਟੇਜ ਦੇ ਵਿੱਚ ਇਲੈਕਟਰਾ ਕੰਪਲੈਕਸ, ਇਹ ਹਮੇਸ਼ਾ ਗਰਲਸ ਵਾਸਤੇ ਪਾਈ ਜਾਂਦੀ ਹੈ। ਗਰਲਸ ਜਿਹੜੀ ਹੁੰਦੀਆਂ ਨੇ और अपने फादर ਨੂੰ मतलब कह सकते हैं फादर ਨੂੰ प्यार ज़्यादा हो जाता है लेकिन मदर ਨੂੰ रिप्लेस करने की कोशिश करते हैं। मदर ਨੂੰ एक तरह का मतलब राइवल समझने की कोशिश की जाती है। गर्ल्स और बॉयज़ का आपस में डिफरेंस होना कह सकते एक तरह का अगर इन्हू सोल्व ना किया गया तो ओबवियस है इत्थे की आ जाऊगी फिक्सेशन आ जाऊगी और इन फ्यूचर के विच की निकल सकते हैं नैगेटिव आउटकम्स निकल सकते हैं अगर इस चीज़ को ना ठीक किया गया, ठीक है। तो ध्यान रखना इस स्टेज जी गल की गई है थोड़ी अपनी को गल की गई है दो चीज़ों की, थोड़े अपने ओडिपस कंपलैक्स की गल की थोड़े वास्ते इलैक्ट्रा कंपलैक्स की, ठीक है। बच्चे का प्यार होना बॉयज़ का प्यार होना मदर के नाल या लड़की का प्यार होना अपने फादर के नाल, ठीक है। नैक्सट आओ अगली गल कर जा रहे हैं आप लिटेंसी स्टेज की। हुण जिहड़ा लिटेंसी स्टेज हुंदा साडे वास्ते की हुंदी है 6 तो लैके पबर्टी की गल की गई है, 6 साल तो लैके बच्चे की जवानी तक की गल की गई है। हुण इहदे विच की होगा जिहड़ी साडे वास्ते सैक्शुअल फीलिंग हो जांदियां ने वो इनएक्टिव हो जांदियां ने, मतलब छुप जांदियां ने, डोरमेंट हो जांदियां ने या हिडन हो जांदियां ने इस पीरियड दे विच। कारण की है क्योंकि बच्चा अपने आप नूं बिजी कर लैंदा है। किस तरह बिजी कर लैंदा है इस स्टेज दे विच जिहड़ी सैक्शुअल एनर्जी हुंदी है वो हिडन हो जाती है
ਉਹ ਕਿਹਦੇ ਵਿੱਚ ਤਬਦੀਲ ਹੋ ਜਾਂਦੀ ਹੈ ਅਸੈਕਸ਼ੁਅਲ ਐਕਟੀਵਿਟੀ ਦੇ ਵਿੱਚ। ਬੱਚਾ ਕਿਹੜੀ ਚੀਜ਼ਾਂ ਦੇ ਵਿੱਚ ਬਿਜ਼ੀ ਹੋ ਜਾਂਦਾ ਹੈ, ਬੱਚਾ ਆਪਣੀ ਲਰਨਿੰਗ ਹੌਬੀਜ਼ ਦੇ ਵਿੱਚ ਲਰਨਿੰਗ ਦੇ ਵਿੱਚ ਬਿਜ਼ੀ ਹੋ ਜਾਂਦਾ ਹੈ, ਹੌਬੀਜ਼ ਦੇ ਵਿੱਚ ਬਿਜ਼ੀ ਹੋ ਜਾਂਦਾ ਹੈ, ਸਕੂਲ ਵਰਕ 'ਚ ਬਿਜ਼ੀ ਹੋ ਜਾਂਦਾ ਹੈ, ਸੋਸ਼ਲ ਰਿਲੇਸ਼ਨਸ਼ਿਪ ਦੇ ਵਿੱਚ ਬਿਜ਼ੀ ਹੋ ਜਾਂਦਾ ਹੈ। ਤਾਂ ਉੱਥੇ ਜਿਹੜੀ ਚੀਜ਼ਾਂ ਬੱਚੇ ਦੀਆਂ ਚੀਜ਼ਾਂ ਹੈਗੀਆਂ ਸੈਕਸ਼ੁਅਲ ਵਾਲੀਆਂ ਕੀ ਹੋ ਜਾਂਦੀਆਂ ਨੇ, ਡੋਰਮੈਂਟ ਹੋ ਜਾਂਦੀਆਂ ਨੇ ਜਾਂ ਹੀਡਨ ਹੋ ਜਾਂਦੀਆਂ ਨੇ। ਤੇ ਧਿਆਨ ਰੱਖਣਾ ਇਸ ਸਟੇਜ ਦੀ। ਨੈਕਸਟ ਆਓ ਜੈਨੀਟਲ ਸਟੇਜ ਦੀ ਗੱਲ ਕਰੀਏ, ਲਾਸਟ ਸਟੇਜ ਹੈ। ਇਹਦੇ ਵਿੱਚ ਜਿਹੜੀ ਉਮਰ ਸੀਮਾ ਹੁੰਦੀ ਹੈ ਪੁਬਰਟੀ ਤੋਂ ਲੈ ਕੇ ਟਿਲ ਡੈਥ ਤੱਕ ਦੀ ਹੋ ਜਾਂਦੀ ਹੈ। ਹੁਣ ਓਬਵੀਅਸ ਹੈ ਇਹਦੇ ਵਿੱਚ ਜਿਹੜਾ ਜ਼ੋਨ ਪਾਇਆ ਜਾਊਗਾ ਕੀ ਹੋਊਗਾ, ਮੈਚਿਓਰਿੰਗ ਸੈਕਸ਼ੁਅਲ ਇੰਟਰਸਟ। ਜਿਹੜੀਆਂ ਪਿਛਲੀ ਸਟੇਜ ਦੇ ਵਿੱਚ ਹਿਡਨ ਹੋ ਗਈਆਂ ਸੀ ਉਹ ਦੁਬਾਰਾ ਤੋਂ ਇਸ ਸਟੇਜ ਦੇ ਵਿੱਚ ਜੈਨੀਟਲ ਸਟੇਜ ਦੇ ਵਿੱਚ ਕੀ ਹੋ ਜਾਣਗੀਆਂ, ਰੀਡਿਵੈਲਪ ਹੋ ਜਾਣਗੀਆਂ, ਰੀਅਮਰਜ ਹੋ ਜਾਣਗੀਆਂ। ਤਾਂ ਓਬਵੀਅਸ ਇਹਦੇ ਵਿੱਚ ਕੀ ਹੋਊਗਾ, ਇੰਡੀਵਿਜੂਅਲ ਸੈਕਸ਼ਨ ਜਿਹੜੇ ਹੋਣਗੇ ਉਹ ਦੁਬਾਰਾ ਤੋਂ ਰੀਵੈਕੈਂਟ ਹੋ ਜਾਣਗੇ। ਜਿਹੜੇ ਪਹਿਲਾਂ ਕਹਿ ਸਕਦੇ ਕਿ ਹਿਡਨ ਸੀਗੇ ਉਹ ਦੁਬਾਰਾ ਤੋਂ ਹੁਣ ਜਾਗ ਜਾਣਗੇ। ਉਹ ਲੜਕਾ ਉਹ ਲੜਕੀ ਆਪਣੇ ਓਪੋਜ਼ਿਟ ਸੈਕਸ ਨੂੰ ਲੈ ਕੇ ਕੀ ਹੋਣਗੇ, ਪ੍ਰਭਾਵਿਤ ਹੋਣਗੇ। ਮਤਲਬ ਦੇਖਿਆ ਜਾਵੇ ਤਾਂ ਜਿਹੜਾ ਬੱਚਾ ਹੋਊਗਾ ਉਹ ਰਿਲੇਸ਼ਨਸ਼ਿਪ 'ਚ ਆਉਣ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਲੜਕਾ ਲੜਕੀ ਬਾਰੇ ਸੋਚਦਾ ਹੈ, ਲੜਕੀ ਲੜਕੇ ਬਾਰੇ ਸੋਚਦੀ ਹੈ। ਆਪਣੀ ਰਿਲੇਸ਼ਨਸ਼ਿਪ ਨੂੰ ਕੀ ਕਰਦੇ ਨੇ, ਇੱਕ ਤਰ੍ਹਾਂ ਦਾ ਫੁੱਲਫਿਲ ਕਰਦੇ ਨੇ, ਜਿਹੜੀਆਂ ਤੁਹਾਡੇ ਵਾਸਤੇ ਕਹਿ ਸਕਦੇ ਇੱਕ ਤਰ੍ਹਾਂ ਦੀ ਜੈਨੀਟਲ ਸਟੇਜ ਦੇ ਵਿੱਚ ਪਾਈ ਜਾਂਦੀਆਂ ਨੇ। ਤੇ ਧਿਆਨ ਰੱਖਿਓ ਜਿਹੜੇ ਦੇ ਵਿੱਚ ਇਸ ਸਟੇਜ ਦੇ ਵਿੱਚ ਚੀਜ਼ਾਂ ਪਾਈ ਜਾਂਦੀਆਂ ਨੇ ਹਮੇਸ਼ਾ ਸਕਸੈਸਫੁਲੀ ਹੋਣੀ ਚਾਹੀਦੀਆਂ ਨੇ, ਵੈਲ ਐਡਜਸਟਡ ਹੋਣੀ ਚਾਹੀਦੀਆਂ ਨੇ, ਉਹ ਕੇਅਰਿੰਗ ਹੋਣੀ ਚਾਹੀਦੀ ਆਪਸ ਦੇ ਵਿੱਚ ਲੜਕਾ ਔਰ ਲੜਕੀ ਨੂੰ ਲੈ ਕੇ। ਠੀਕ ਹੈ, ਅਰਲੀ ਸਟੇਜ ਦੇ ਵਿੱਚ ਇਹ ਚੀਜ਼ਾਂ ਸਕਸੈਸਫੁਲ ਨਹੀਂ ਹੋਈਆਂ ਤੇ ਸਟੇਜ ਨੂੰ ਕੀ ਕੀਤਾ ਜਾ ਸਕਦਾ ਹੈ, ਸਕਸੈਸਫੁਲ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਨੈਕਸਟ ਆਓ, ਤੁਹਾਨੂੰ ਸਭ ਨੂੰ ਪਤਾ ਹੈ ਜੋ ਵੀ ਕੋਈ ਥਿਊਰੀ ਦਿੱਤੀ ਜਾਂਦੀ ਹੈ ਤਾਂ ਉਹਦੇ ਤੇ ਕ੍ਰਿਟਿਸਿਜ਼ਮ ਕੀਤਾ ਜਾਂਦਾ ਹੈ, ਆਲੋਚਨਾਵਾਂ ਕੀਤੀ ਜਾਂਦੀਆਂ ਨੇ, ਉਹਦੀ ਲਿਮਿਟੇਸ਼ਨਸ ਕੱਢੀ ਜਾਂਦੀਆਂ ਨੇ। ਐਵੇਂ ਜਿਵੇਂ ਜੀਨ ਪਿਆਜੇ ਦੀ ਸੀਗੀਆਂ ਆਪਣੇ ਵਾਸਤੇ, ਵਿਗੋਸਕੀ ਦੀ ਸੀਗੀਆਂ, ਤੇ ਇਹਦੇ ਉੱਤੇ ਵੀ ਤੁਹਾਡੇ ਆਪਣੇ ਸੈਗਮੈਂਟ ਫਰੋਮ ਦੀ ਥਿਊਰੀ ਉੱਤੇ ਕ੍ਰਿਟਿਸਿਜ਼ਮ ਕੀਤਾ ਗਿਆ। ਤਾਂ ਕੁਝ ਪੁਆਇੰਟ ਨਿਕਲ ਕੇ ਬਾਹਰ ਆਏ ਨੇ ਤਾਂ ਆਪਾਂ ਹੁਣ ਫਿਲਹਾਲ ਉਹਨਾਂ ਪੁਆਇੰਟਾਂ ਦੀ ਗੱਲ ਕਰੀਏ। ਤਾਂ ਪਹਿਲਾ ਪੁਆਇੰਟ ਇਹੀ ਕਹਿੰਦਾ ਹੈ ਕਿ ਜਿਹੜੀ ਤੁਹਾਡੇ ਆਪਣੀ ਸੈਗਮੈਂਟ ਫਰੋਮ ਦੀ ਥਿਊਰੀ ਸੀਗੀ ਇਹਦੇ ਵਿੱਚ ਜਿਹੜੇ ਟੈਸਟ ਲਗਾਏ ਗਏ ਨੇ, ਲਾਈਕ ਟੈਸਟ ਕਿਹੜੇ ਨੇ, ਲਿਬਿਡੋ ਹੋ ਗਿਆ, ਫਿਕਸੇਸ਼ਨ ਹੋ ਚੁੱਕੀ ਹੈ, ਈਗੋ ਦੀ ਗੱਲ ਕੀਤੀ ਹੈ, ਸੁਪਰ ਈਗੋ ਦੀ ਗੱਲ ਕੀਤੀ ਹੈ। ਤੇ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਨੂੰ ਟੈਸਟ ਕਰਨਾ ਸਾਡੇ ਵਾਸਤੇ ਕੀ ਹੈ, ਇੰਪੋਸੀਬਲ ਹੈ ਔਰ ਇਹ ਕਦੀ ਟੈਸਟ ਵੀ ਨਹੀਂ ਹੋ ਸਕਦੀਆਂ। ਤੇ ਇਸ ਚੀਜ਼ ਦੀ ਗੱਲ ਕੀਤੀ ਹੈ। ਠੀਕ ਹੈ, ਔਰ ਦੂਸਰੀ ਪੁਆਇੰਟ ਦੀ ਗੱਲ ਕੀਤੀ ਹੈ, ਸੈਗਮੈਂਟ ਫਰੋਮ ਨੇ ਕਿਤੇ ਵੀ ਕਲਚਰ ਦੀ ਕੋਈ ਗੱਲ ਨਹੀਂ ਕੀਤੀ, ਮਤਲਬ ਕਲਚਰ ਨੂੰ ਕੰਸੀਡਰ ਹੀ ਨਹੀਂ ਕੀਤਾ। ਸੁਸਾਇਟੀ ਨੂੰ ਗੱਲ ਕੀਤੀ ਹੈ ਕਿ ਸੁਸਾਇਟੀ ਬੇਸ ਤੇ ਵੈਲਿਊ ਸੈੱਟ ਕੀਤੀ ਜਾਂਦੀਆਂ ਨੇ, ਲੇਕਿਨ ਕਿਤੇ ਇਹਨਾਂ ਨੇ ਗੱਲ ਕੀਤੀ ਹੈ ਲੜਕੇ ਦੇ ਕੋਗਨੀਟਿਵ ਡਿਵੈਲਪਮੈਂਟ ਨੂੰ ਲੈ ਕੇ। ਸਿਰਫ ਗੱਲ ਕੀਤੀ ਹੈ ਬੱਚੇ ਦੀ ਪਰਸਨੈਲਿਟੀ, ਉਹ ਵੀ ਇੱਕ ਤਰ੍ਹਾਂ ਦੀ ਕੋਈ ਪਰਸਨੈਲਿਟੀ ਸਾਈਕੋਸੈਕਸ਼ੁਅਲ ਦੀ ਪਰਸਨੈਲਿਟੀ ਦੀ ਗੱਲ ਕੀਤੀ ਹੈ। ਠੀਕ ਹੈ, ਉਸ ਤੋਂ ਬਾਅਦ ਤੀਸਰਾ ਪੁਆਇੰਟ ਕਹਿੰਦਾ ਕਿ ਇਹਦੇ ਵਿੱਚ ਵਨ ਮੋਰ ਕੈਨ ਆਰਗੂ ਦੈਟ ਇਨਫੈਂਟ ਕ੍ਰੇਵ ਬ੍ਰੈਸਟ ਮਿਲਕ ਇਨਟੂ। ਠੀਕ ਹੈ, ਜਿਹੜੇ ਬੱਚੇ ਹੁੰਦੇ ਨੇ ਹਮੇਸ਼ਾ ਭੁੱਖੇ ਹੁੰਦੇ ਨੇ, ਲਾਲਚ ਹੁੰਦੇ ਨੇ ਕਾਹਦੇ ਵਾਸਤੇ, ਮਾਂ ਦੇ ਦੁੱਧ ਵਾਸਤੇ, ਨਾ ਕਿ ਇੱਕ ਤਰ੍ਹਾਂ ਦੀ ਸੈਕਸ਼ੁਅਲ ਡਿਜ਼ਾਇਰ ਵਾਸਤੇ। ਕਾਰਨ ਕਾਹਦੇ ਵਾਸਤੇ, ਬ੍ਰੈਸਟ ਮਿਲਕ ਵਾਸਤੇ ਉਹ ਪਿਆਸੇ ਹੁੰਦੇ ਨੇ ਜਾਂ ਕਾਹਨੂੰ ਇੱਛਾ ਹੁੰਦੀ ਹੈ, ਤਾਂ ਕਿ ਜਿਹੜੀ ਉਹਨਾਂ ਦੀ ਭੁੱਖ ਹੈ ਜਾਂ ਉਹਨਾਂ ਦੇ ਪ੍ਰੋਪਰ ਜਿਹੜਾ ਨਿਊਟ੍ਰੀਸ਼ਨ ਉਹਨਾਂ ਨੂੰ ਕੀ ਹੋਵੇ, ਮਿਲ ਸਕੇ। ਤੇ ਇਸ ਚੀਜ਼ ਦੀ ਕੋਈ ਗੱਲ ਨਹੀਂ ਕੀਤੀ ਸੈਗਮੈਂਟ ਫਰੋਮ ਨੇ। ਤਾਂ ਕੁਝ ਕ੍ਰਿਟਿਸਿਜ਼ਮ ਨਿਕਲ ਕੇ ਸਾਹਮਣੇ ਆਏ ਨੇ ਜਿਸ 'ਚ ਉਹਨਾਂ ਨੇ ਕੁਝ ਟੈਸਟ ਦੀ ਗੱਲ ਕੀਤੀ ਹੈ ਜਾਂ ਕਲਚਰ ਇਫੈਕਟ ਦੀ ਗੱਲ ਕੀਤੀ ਹੈ ਜਾਂ ਬੱਚੇ ਦੇ ਬ੍ਰੈਸਟ ਫੀਲਿੰਗ ਦੀ ਗੱਲ ਕੀਤੀ ਹੈ ਕਿ ਬੱਚੇ ਜਦੋਂ ਮਾਂ ਦਾ ਦੁੱਧ ਪੀਂਦਾ ਹੈ ਤੇ ਇਹ ਨਹੀਂ ਹੈਗਾ ਕਿ ਬੱਚਾ ਸੈਕਸ਼ੁਅਲ ਡਿਜ਼ਾਇਰ ਹੈ ਜਾਂ ਬੱਚੇ ਨੂੰ ਸਕਿੰਗ ਕਰਨ ਤੇ ਪਲੈਜਰ ਮਿਲਦਾ ਹੈ। ਉਹ ਕਹਿੰਦੇ ਸਿਰਫ ਬੱਚਾ ਉਦੋਂ ਇੱਛਾ ਕਰਦਾ ਇਸ ਚੀਜ਼ ਦੀ ਤਾਂ ਕਿ ਬੱਚਾ ਸਾਡੇ ਵਾਸਤੇ ਕੀ ਹੈ, ਭੁੱਖਾ ਹੈ ਜਾਂ ਬੱਚੇ ਨੂੰ ਨਿਊਟ੍ਰੀਸ਼ਨ ਦੀ ਕਮੀ ਦਿੱਤੀ ਗਈ ਹੈ ਤੇ ਨਿਊਟ੍ਰੀਸ਼ਨ ਦਿੱਤਾ ਜਾ ਸਕੇ ਬ੍ਰੈਸਟ ਮਿਲਕ ਤੋਂ ਜਾਂ ਮਾਂ ਦੇ ਦੁੱਧ ਤੋਂ। ਇਹ ਚੀਜ਼ਾਂ ਦੀ ਗੱਲ ਕੀਤੀ ਸੈਗਮੈਂਟ ਫਰੋਮ ਦੇ ਅਕੋਰਡਿੰਗ, ਕ੍ਰਿਟਿਸਿਜ਼ਮ ਦੇ ਅਕੋਰਡਿੰਗ। ਕਲੀਅਰ ਹੈ ਜੀ? ਥੈਂਕ ਯੂ ਸੋ ਮਚ।